मैं समझदा कि जिहड़ा कैप्टन साहब दा राजीनामा सी बादल परिवार नाल आई थिंक ਇਹ ਉਹਦੀ ਭੇਟ ਚੜ ਗਈ। ਰਾਜੀਨਾਮਾ ਸੀਗਾ, ਪੂਰਾ ਵਿਸ਼ਵਾਸ ਹੈਗਾ। ਸੋ ਉਹਨਾਂ ਨੂੰ ਲੱਗਦਾ ਸੀ ਕਿ ਮੈਂ 5 ਸਾਲ ਮੈਂ ਰਾਜ ਕਰਾਂਗਾ, ਫਿਰ ਅਕਾਲੀ ਦਲ ਆ ਜਾਣਗੇ, ਉਹੀ ਸਿਸਟਮ ਚੱਲਦਾ ਰਹੇਗਾ ਤੇ ਯੂਨੀਵਰਸ ਨੇ ਕੁਗਲੀ ਪੇ ਕਰਤੀ ਕਿ ਆਪ ਆ ਗਏ। ਫਿਰ ਬਿਕਰਮਵੀਰ ਸਿੰਘ ਮਜੀਠੀਆ ਨੇ ਥੋੜੇ ਦਿਨਾਂ ਬਾਅਦ ਫਿਰ ਤੋਂ ਬੇਲ ਲਈ ਆਪਣੇ ਵਿੱਚ ਹਾਈ ਕੋਰਟ ਵਿੱਚ, ਉਹ ਰਿਜੈਕਟ ਹੋ ਗਈ। ਫਿਰ ਸਾਹਿਬ ਬਿਕਰਮ ਸਿੰਘ ਮਜੀਠੀਆ ਨੇ ਲਾਈ ਸੁਪਰੀਮ ਕੋਰਟ 'ਚ, ਉਹ ਰਿਜੈਕਟ ਹੋਈ। ਇਨ ਦ ਮੀਨ ਟਾਈਮ ਆਪ ਦੀ ਸਰਕਾਰ ਬਣ ਗਈ, ਇਹਨਾਂ ਨੇ ਆਪਦੀ ਨਵੀਂ ਸਿੱਟ ਬਣਾਤੀ ਸਾਹਿਬ ਬਿਕਰਮ ਸਿੰਘ ਮਜੀਠੀਆ ਦੇ ਕੇਸ 'ਚ। ਅਲਟੀਮੇਟਲੀ 3 ਮਹੀਨਿਆਂ ਬਾਅਦ ਜਦੋਂ ਬੇਲ ਲੱਗੀ, ਜੱਜ ਨੇ ਬੜੀ ਕਲੀਅਰਲੀ ਲਿਖਿਆ ਕਿ ਤੁਸੀਂ ਕੀਤਾ ਕੀ ਹੈ 3 ਮਹੀਨਿਆਂ 'ਚ, ਤੁਸੀਂ ਕੁਝ ਵੀ ਨਹੀਂ ਕੀਤਾ ਤੇ ਕਿਉਂ ਨਾ ਮੈਂ ਬੇਲ ਦੇਵਾਂ। ਸੋ ਅਲਟੀਮੇਟਲੀ ਜਿਹੜੀ ਨਵੀਂ ਸਿੱਟ ਬਣੀ ਸੀਗੀ, ਮੈਂ ਸਮਝਦਾ ਉਹਨੂੰ ਇਹੀ ਸੀਗਾ ਕਿ ਯਾਰ ਕਿਵੇਂ ਨਾ ਕਿਵੇਂ ਅੱਗੇ ਬਿਕਰਮ ਸਿੰਘ ਮਜੀਠੀਆ ਨੇ ਆਪਦੀ ਗੱਲ ਨਿਭਾਈ ਹੈ, ਹੁਣ ਭਾਈ ਆਪਾਂ ਇਹਦਾ ਫਾਇਦਾ ਕਰਨਾ ਤੇ ਆਪਾਂ ਇਹਨੂੰ ਬਾਹਰ ਕਢਾਉਣਾ। ਇਹ ਕਿੱਦਾਂ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਨੂੰ ਸਿੱਟ ਵਿੱਚ ਬੁਲਾ ਰਹੀ ਹੈ, ਉਹਨਾਂ ਤੇ ਬੇਬਲ ਗੋਲੀ ਕਾਂਡ ਦਾ ਕੇਸ ਅੱਗੇ ਵਧਾ ਰਹੀ ਹੈ, ਦੂਜੇ ਪਾਸੇ ਮਜੀਠੀਆ ਸਾਹਿਬ ਨੂੰ ਛੱਡ ਰਹੀ ਹੈ। ਇਹ ਕਿਸ ਤਰ੍ਹਾਂ ਸਮਝੌਤਾ ਹੋ ਸਕਦਾ ਹੈਗਾ? ਅੱਜ ਤੱਕ ਕਦੀ ਬਗੈਰ ਪੇਸ਼ ਹੋਇਆ ਕਿਸੇ ਨੂੰ ਮਾਫੀ ਨਹੀਂ ਮਿਲੀ ਅਕਾਲ ਤਖਤ ਸਾਹਿਬ। ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਤੇ ਪੰਥਕ ਸਰਕਾਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਜਥੇਦਾਰਾਂ ਨਾਲ ਹੌਬਿੰਗ ਨੌਬਿੰਗ ਕਰਕੇ ਤੇ ਇੱਕ ਚਿੱਠੀ ਤੇ ਰਾਮ ਰਹੀਮ ਜੀ ਨੂੰ ਦੁਆਰੇ ਹੈ ਮਾਫੀ। ਜਨਰਲ ਡਾਇਰ ਦੇ ਵਾਂਗ ਤੁਸੀਂ ਆਪਣਿਆਂ ਤੇ ਗੋਲੀਆਂ, ਉਹਨਾਂ ਚਲੋ ਪਰਾਏ ਸੀਗੇ, ਇੱਥੇ ਆਪਣਿਆਂ ਨੇ ਆਪਣਿਆਂ ਤੇ ਗੋਲੀਆਂ ਚਲਾਈਆਂ। ਉਹ ਭਾਵੇਂ ਗੋਲੀਆਂ ਚਲਾਈਆਂ ਹੋਣ, ਟ੍ਰਿਗਰ ਉਹਨਾਂ ਦਾ ਸੀਗਾ, ਬਟ ਹੁਣ ਦੋਸ਼ ਤੁਹਾਡੇ ਤੇ ਵੀ ਲੱਗਦਾ ਹੈ। ਕੋਟਕਪੂਰੇ ਦਾ ਜੇ ਇੱਕ ਚੌਂਕ ਬੰਦ ਹੁੰਦਾ ਤੇ 10 ਬਾਈਪਾਸਿਸ ਟੂ ਇਟ, ਟ੍ਰੈਫਿਕ ਤਾਂ ਬੰਦ ਹੀ ਨਹੀਂ ਹੋਣਾ ਸੀ, ਜਿੱਧਰ ਮਰਜ਼ੀ ਬਾਈਪਾਸ ਕਰ ਦਿੰਦੇ। ਚਲੋ ਅਕਾਲੀ ਦਲ ਨੇ ਤਾਂ ਜਿਹੜੀਆਂ ਗਲਤੀਆਂ ਕੀਤੀਆਂ ਸੀ, ਇਹਨਾਂ ਗਲਤੀਆਂ ਕਰਕੇ ਲੋਕ ਸਾਡੇ ਤੇ ਨਾਰਾਜ਼ ਹੋਏ। ਕੀ ਪੰਥਕ ਸਰਕਾਰ ਦੀ ਮੋਰਲ ਰਿਸਪੌਂਸਿਬਿਲਟੀ ਨਹੀਂ ਬਣਦੀ ਸੀ? ਕੀ ਹੋਮ ਮਿਨਿਸਟਰ ਦੀ, ਉਸ ਪੰਥਕ ਸਰਕਾਰ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ, ਬਾਕੀ ਸਾਰਿਆਂ ਨਾਲੋਂ ਵੱਧ ਰਿਸਪੌਂਸਿਬਿਲਟੀ ਨਹੀਂ ਬਣਦੀ ਸੀ ਕਿ ਇਸ ਮੁੱਦੇ ਦਾ ਉਹ ਆਪਦੇ 1.5 ਸਾਲਾਂ 'ਚ ਹੀ ਹੱਲ ਕੱਢ ਦਿੰਦੇ? 2014 'ਚ ਹਰਸਿਮਰਤ ਦੀ ਇਲੈਕਸ਼ਨ ਆ ਗਈ ਬਠਿੰਡੇ ਤੋਂ। ਇਹਨਾਂ ਨੇ ਦੁਬਾਰਾ ਉਹਨਾਂ ਨੂੰ ਕਿਹਾ ਕਿ ਸਾਡੀ ਮਦਦ ਕਰੋ, ਸਾਨੂੰ ਜਿਤਾਓ, ਜਦੋਂ ਮਨਪ੍ਰੀਤ ਹਰਸਿਮਰਤ ਦੇ ਉਲਟ ਇਲੈਕਸ਼ਨ ਲੜ ਰਿਹਾ ਸੀ। ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਇਹ ਕਿਹਾ ਕਿ ਸਾਨੂੰ ਅਕਾਲ ਤਖਤ ਤੋਂ ਮਾਫੀ ਦਿਵਾਓ। ਦੇਖੋ, ਤੁਸੀਂ ਗੱਲ ਕੀਤੀ ਸਾਡੀ ਸਰਕਾਰ, ਜੇ ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਤਾਂ ਸਾਨੂੰ ਵੀ ਦੇ ਦਿੱਤੀ। ਕੈਪਟਨ ਸਾਹਿਬ ਵਿੱਚ ਕਈ ਵੱਡੇ ਗੁਣ ਵੀ ਸੀ ਤੇ ਮੈਂ ਸਮਝਦਾ ਐਤਕੀ ਕੈਪਟਨ ਸਾਹਿਬ ਨੇ ਜਿਹੜੀ ਪਿਛਲੀ ਆਪਦੀ ਸਾਰੀ ਕਮਾਈ ਕੀਤੀ ਸੀ ਟੂਵਰਡਸ ਸਿੱਖ ਪੰਥ, ਉਹ ਐਤਕੀ ਆ ਕੇ ਉਹਨਾਂ ਨੇ ਆਪਦਾ ਨੁਕਸਾਨ ਕਰਾਇਆ। ਮੈਂ ਪਰਸਨਲੀ ਸਮਝਦਾ ਲੋਕਾਂ ਨੂੰ ਉਹਨਾਂ ਤੋਂ ਬਹੁਤ ਆਸ਼ਾ ਸੀ, ਕਿਉਂਕਿ ਕਿੱਥੇ ਪਾਣੀਆਂ ਦਾ ਰਾਖਾ ਦਾ ਨਾਮ ਸੀ, ਕਿੱਥੇ ਆਖਰੀ ਸਿੱਖ ਮਹਾਰਾਜਾ ਉਹਨਾਂ ਨੂੰ ਮੰਨਿਆ ਜਾਂਦਾ ਹੈਗਾ। ਸੋ ਕੈਪਟਨ ਸਾਹਿਬ, ਤੁਸੀਂ ਹਿਸਟਰੀ ਲਿਖਣ ਦੇ ਸ਼ੌਕੀਨ ਹੋ, ਪਰ ਇਹਨਾਂ ਮੁੱਦਿਆਂ ਤੇ ਹਿਸਟਰੀ ਵਿਲ ਨੈਵਰ ਬੀ ਕਾਈਂਡ ਟੂ ਯੂ ਇਨ ਪੰਜਾਬ। ਅੱਜ ਪੰਜਾਬ ਦੀ ਜੋ ਸਿਆਸਤ ਹੈਗੀ ਹੈ, ਜਾਂ ਤੇ ਸਾਨੂੰ ਜੇਲ੍ਹਾਂ ਵਿੱਚ ਮਿਲ ਰਹੀ ਹੈ ਜਾਂ ਅਮਰੀਕਾ ਮਿਲ ਰਹੀ ਹੈ, ਘੱਟ ਹੀ ਰਹਿ ਗਏ ਨੇ ਜਿਹੜਾ ਵਿਰੋਧ ਕਰ ਰਿਹਾ। ਇੱਕ ਮੌਕਾ ਕੇਜਰੀਵਾਲ ਜੀ ਨੂੰ ਦਿੱਤਾ ਗਿਆ, ਆਲਰੇਡੀ ਇਸੇ ਵੀਕ ਹੋ ਗਿਆ। ਹੁਣ ਤੁਸੀਂ ਕਹਿ ਰਹੇ ਹੋ ਇਹ ਵੀ ਠੀਕ ਨਹੀਂ ਹੈ, ਤੇ ਉਹ ਲੀਡਰਸ਼ਿਪ ਕਿੱਥੋਂ ਆਏਗੀ ਜਿਹੜੀ ਕਹੇਗੀ ਹਾਂਜੀ ਕੋਈ ਭ੍ਰਿਸ਼ਟਾਚਾਰ ਨਹੀਂ ਬਰਦਾਸ਼ਤ ਕਰਾਂਗੇ, ਮਾਈਨਿੰਗ ਨਹੀਂ ਬਰਦਾਸ਼ਤ ਕਰਾਂਗੇ, ਹਰ ਕੇਸ ਨੂੰ ਓਨੈਸਟੀ ਨਾਲ ਲਗਾਵਾਂਗੇ? ਉਹ ਕਿੱਥੋਂ ਪੈਦਾ ਕਰਾਂਗੇ? ਸਾਡੇ 'ਚ ਕਮੀਆਂ ਰਹੀਆਂ, ਲੋਕਾਂ ਨੇ ਸਾਨੂੰ ਸਜ਼ਾ ਦਿੱਤੀ। ਸਾਨੂੰ ਲੋਕਾਂ ਦਾ ਮੈਂਡੇਟ ਰਿਸਪੈਕਟ ਕਰਨਾ ਚਾਹੀਦਾ। ਘੱਟੋ ਘੱਟ 7-8 ਮਹੀਨੇ, ਸਾਲ ਸਾਨੂੰ ਇਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ। ਬਰਗਾੜੀ ਵਿੱਚ ਗੁਰੂ ਸਾਹਿਬ ਦੀ ਬੇਅਦਬੀ, ਬੇਬਲ ਗੋਲੀ ਕਾਂਡ, ਇਸ ਮੁੱਦੇ ਨੇ ਪੰਜਾਬ ਨੂੰ ਅਰਸਿਆਂ ਤੋਂ ਉਲਝਾ ਕੇ ਰੱਖਿਆ ਗਿਆ। ਤੀਜੀ ਸਰਕਾਰ ਹੈ ਤੇ ਫਿਰ ਉਹੀ ਮੁੱਦਾ ਅਜੇ ਤੱਕ ਚੱਲ ਰਿਹਾ ਹੈਗਾ। ਅੱਜ ਸਾਡੇ ਨਾਲ ਇਸ ਮੁੱਦੇ ਤੇ ਗੱਲ ਕਰਨ ਲਈ ਕੀ ਢਿੱਲੋਂ ਜੀ ਹੈਗੇ। ਸਰ, ਸਾਨੂੰ ਜੁੜਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਜਦ ਤੁਹਾਡੀ ਸਰਕਾਰ ਆਈ ਸੀ, ਇਸ ਮੁੱਦੇ ਨੂੰ ਲੈ ਕੇ ਆਈ ਸੀ, ਤੁਸੀਂ ਉੱਥੇ ਜਾਣਦੇ ਸੀ ਕਿ ਅਸੀਂ ਵਿਸ਼ਵਾਸ ਦਿਵਾਉਂਦੇ ਸੀ ਲੋਕਾਂ ਨੂੰ ਕਿ ਅਸੀਂ ਤੁਹਾਨੂੰ ਇਨਸਾਫ ਦਿਵਾ ਕੇ ਛੱਡਾਂਗੇ, ਬਟ ਤੁਹਾਡੇ 5 ਸਾਲ ਵਿੱਚ ਤੁਸੀਂ ਬਿਲਕੁਲ ਕਾਮਯਾਬ ਨਾ ਹੋ ਸਕੇ ਇਸ ਮੁੱਦੇ 'ਤੇ। ਅੱਜ ਨਵੀਂ ਸਰਕਾਰ ਨੇ ਫਿਰ ਕਦਮ ਚੁੱਕੇ ਨੇ, ਔਰ ਜੋ ਤੁਸੀਂ ਗੱਲਾਂ ਕਹਿੰਦੇ ਸੀ ਉਹਨਾਂ ਵੱਲ ਅੱਗੇ ਚੱਲ ਰਹੇ ਨੇ ਕਿ ਆਖਿਰ ਗੋਲੀ ਚਲਾਉਣ ਦਾ ਹੁਕਮ ਕਿਹਨੇ ਦਿੱਤਾ? ਤੁਹਾਨੂੰ ਲੱਗ ਰਿਹਾ ਕਿ ਇਹ ਲੋਕ, ਜਿਹੜੀ ਆਪ ਸਰਕਾਰ ਹੈ, ਇਹ ਸਹੀ ਮੁੱਦੇ 'ਤੇ ਚੱਲ ਰਹੀ ਹੈ, ਸਹੀ ਥਾਂ ਪਹੁੰਚੇਗੀ? ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੇ ਲੋਕਾਂ ਤੋਂ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਤੋਂ ਮੈਂ ਇਸ ਗੱਲ ਦੀ ਮਾਫੀ ਮੰਗਣਾ ਚਾਹੁੰਦਾ ਕਿ ਜੋ ਐਕਸਪੈਕਟੇਸ਼ਨ
ਸਾਡੇ ਤੋਂ ਸੀਗੀਆਂ ਜਾਂ 2013 'ਚ ਕੈਪਟਨ ਸਾਹਿਬ ਦੀ ਸਰਕਾਰ ਤੋਂ ਸੀਗੀਆਂ, ਕਿਉਂਕਿ ਕੈਪਟਨ ਸਾਹਿਬ ਨੇ ਕੁਝ ਵਾਅਦੇ ਕੀਤੇ ਸੀ ਲੋਕਾਂ ਨਾਲ, ਉਹਨਾਂ 'ਤੇ ਅਸੀਂ ਖਰਾ ਨਹੀਂ ਉਤਰ ਸਕੇ। ਅਸੀਂ ਉਹਨਾਂ 'ਤੇ ਡਿਫਾਲਟ ਕੀਤੇ ਹੈ ਅਤੇ ਮੈਂ ਸਮਝਦਾ ਇਸੇ ਗੱਲ ਦੀ ਲੋਕਾਂ ਨੇ ਸਾਨੂੰ ਸਜ਼ਾ ਵੀ ਦਿੱਤੀ। ਜਿਹੜੀ ਅਗਲੀ ਗੱਲ ਹੈ ਨਿਮਰਤ ਜੀ, ਕਿ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਇਹ ਮੁੱਦਾ ਬਹੁਤ ਭਾਰੀ ਹੈ, ਅਤੇ 2017 ਜਦੋਂ ਸਾਡੀ ਸਰਕਾਰ ਆਈ ਉਦੋਂ ਸਾਡੇ ਵਾਅਦੇ ਮੁਤਾਬਕ ਕੈਪਟਨ ਸਾਹਿਬ ਨੇ ਕੋਈ ਸਿੱਟ ਵਗੈਰਾ ਬਣਾਈਆਂ, ਪਰ ਕਿਸੇ ਸਹੀ ਨਤੀਜੇ 'ਤੇ ਅਸੀਂ ਪਹੁੰਚੇ ਨਹੀਂ। ਪਰ ਮੈਂ ਇਹਦੇ ਵਿੱਚ ਸਪੈਸੀਫਿਕ ਦੋ ਗੱਲਾਂ ਕਰਨਾ ਚਾਹੁੰਦਾ, ਜਿਹਦੇ ਵਿੱਚ ਮੈਂ ਸਮਝਦਾ ਕਿ ਲੋਕਾਂ ਨੂੰ ਪਤਾ ਹੈ, ਪਰ ਜਿੰਨੇ ਅਸੀਂ ਪੋਲੀਟੀਸ਼ੀਅਨ ਹੈ, ਚਾਹੇ ਕੋਈ ਵੀ ਪਾਰਟੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਆਪ ਹੈ, ਅਸੀਂ ਹਰੇਕ ਗੱਲ ਆਪਦੇ ਐਂਗਲ ਤੋਂ ਕਹਿੰਦੇ। ਪਰ ਮੈਂ ਸਮਝਦਾ ਇਸ ਮੁੱਦੇ ਵਿੱਚ ਸਾਨੂੰ ਸਾਰੇ ਐਂਗਲ ਛੱਡ ਕੇ ਕੁਝ ਜਿਹੜੀਆਂ ਅਸਲੀਅਤ ਗੱਲਾਂ ਹੈ ਉਹਨਾਂ ਪ੍ਰਤੀ ਆਪਦੇ ਆਪ ਨੂੰ ਜ਼ਿੰਮੇਵਾਰ ਠਹਿਰਾ ਕੇ ਸਾਨੂੰ ਮੰਨਣਾ ਚਾਹੀਦਾ ਕਿ ਸਾਡੇ ਤੋਂ ਗਲਤੀਆਂ ਹੋਈਆਂ। ਜਿਵੇਂ ਮੈਂ ਕਹਿ ਰਿਹਾ ਕਿ ਠੀਕ ਹੈ ਸਾਡੇ 'ਚ ਕਮੀਆਂ ਰਹਿ ਗਈਆਂ, ਸਾਡੇ ਤੋਂ ਇਹ ਸਹੀ ਹੱਲ ਨਹੀਂ ਕੱਢਿਆ ਗਿਆ। ਦੇਖੋ, ਮੈਂ ਸੁਖਬੀਰ ਸਿੰਘ ਬਾਦਲ ਦੀ ਥੋੜ੍ਹੇ ਦਿਨ ਪਹਿਲਾਂ ਹੁਣ ਉਹਨਾਂ ਨੂੰ ਸਿੱਟ ਨੇ ਬੁਲਾਇਆ, ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ, ਜਾਂ ਅਕਾਲੀ ਦਲ ਦੇ ਲੀਡਰਾਂ ਦੀ ਜਾਂ ਬਿਕਰਮ ਸਿੰਘ ਮਜੀਠੀਏ ਦੀ। ਉਹ ਕਹਿ ਰਹੇ ਕਿ ਪਹਿਲਾਂ ਕਾਂਗਰਸ ਇਸ 'ਤੇ ਸਿਆਸਤ ਕਰਦੀ ਰਹੀ ਹੈ, ਹੁਣ ਆਮ ਆਦਮੀ ਪਾਰਟੀ 'ਤੇ ਸਿਆਸਤ ਕਰਦੀ। ਦੇਖੋ, ਗੱਲ ਸਿਆਸਤ ਦੀ ਨਹੀਂ, ਮੈਂ ਸਮਝਦਾ ਹੈ ਕਿ ਇਸ ਮੁੱਦੇ 'ਤੇ ਆ ਕੇ ਸਿਆਸਤ ਖਤਮ ਹੋ ਜਾਣੀ ਚਾਹੀਦੀ। ਪਰ ਹੁੰਦੀ ਨਹੀਂ ਹੈ ਨਾ। ਠੀਕ ਹੈ, ਤੁਹਾਡੀ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਮੇਰੀ ਇੱਕ ਰਿਕੁਐਸਟ ਹੈ ਸੁਖਬੀਰ ਸਿੰਘ ਬਾਦਲ ਨੂੰ, ਅਕਾਲੀ ਦਲ ਨੂੰ, ਕਿ ਕੀ ਪੰਥਕ ਸਰਕਾਰ ਦੀ ਮੋਰਲ ਰਿਸਪੌਂਸਿਬਿਲਟੀ ਨਹੀਂ ਬਣਦੀ ਸੀ? ਕੀ ਹੋਮ ਮਿਨਿਸਟਰ ਦੀ, ਉਸ ਪੰਥਕ ਸਰਕਾਰ ਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਬਾਕੀ ਸਾਰਿਆਂ ਨਾਲੋਂ ਵੱਧ ਰਿਸਪੌਂਸਿਬਿਲਟੀ ਨਹੀਂ ਬਣਦੀ ਸੀ ਕਿ ਇਸ ਮੁੱਦੇ ਦਾ ਉਹ ਆਪਦੇ 1.5 ਸਾਲਾਂ 'ਚ ਹੀ ਹੱਲ ਕੱਢ ਦਿੰਦੇ? ਉਹਨਾਂ ਕੋਲ 1.5 ਸਾਲ ਸੀਗਾ ਬੇਅਦਬੀ ਤੋਂ ਬਾਅਦ। ਦੇਖੋ ਨਿਮਰਤ ਜੀ, ਹੋਇਆ ਕੀ ਹੈ ਐਕਚੁਅਲੀ, ਦੇਖੋ ਮੈਂ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੁੰਦਾ, ਐਕਚੁਅਲੀ ਸਭ ਵੋਟਾਂ, ਇਹ ਵੋਟਾਂ ਦੇ ਸੌਦੇ ਸੀ, ਐਂਡ ਇਹਦੇ ਵਿੱਚ ਇਟ ਵੈਂਟ ਰੋਂਗ, ਇਹ ਸਿਸਟਮ ਗਲਤ ਹੋ ਗਿਆ। ਤੁਸੀਂ ਕਹਿ ਰਹੇ ਹੋ ਕਿ ਵੀ ਵੋਟਾਂ ਵਿੱਚ ਇੰਨੇ ਸਿਆਸਤ ਲਾਲਚੀ ਹੋ ਜਾਂਦੀ ਹੈ ਕਿ ਵੀ ਇੱਕ ਪੰਥਕ ਸਰਕਾਰ ਆਪਣੇ ਸੂਬੇ ਦੇ ਲੋਕਾਂ ਉੱਤੇ ਗੋਲੀ ਚਲਾਉਣ ਦੇ ਆਦੇਸ਼ ਦੇ ਸਕਦੀ ਹੈ? ਦੇਖੋ, ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਤੁਹਾਨੂੰ ਕਿ ਮੈਂ ਸਿਰਫ 2 ਮਿੰਟਾਂ 'ਚ ਇੱਕ ਸੀਕੁਐਂਸ ਮੈਂ ਬੋਲਾਂਗਾ, ਜਿੱਥੇ ਗਲਤ ਹੋਵਾ ਚਾਹੇ ਤੁਸੀਂ ਮੈਨੂੰ ਟੋਕ ਦਿਓ। ਦੇਖੋ, 2007 'ਚ ਡੇਰਾ ਸੱਚਾ ਸੌਦਾ ਨੇ ਇੱਕ ਤਰਫ ਹੋ ਕੇ ਅਨਾਉਂਸ ਕਰਕੇ ਵੋਟਾਂ ਕਾਂਗਰਸ ਪਾਰਟੀ ਨੂੰ ਪਾਈਆਂ, ਅਕਾਲੀ ਦਲ ਬੁਰੀ ਤਰ੍ਹਾਂ ਮਾਲਵੇ 'ਚ ਹਾਰ ਗਿਆ। ਉਹਦੇ ਲਈ ਤੁਸੀਂ ਕੁਝ ਕੀਤਾ ਸੀ ਉਹਨਾਂ ਨਾਲ? ਨਹੀਂ, ਉਹ ਕਾਂਗਰਸ ਦੀ ਉਹਨਾਂ ਨੇ ਮਦਦ ਕੀਤੀ 2007 'ਚ। ਮੈਂ ਵੀ ਬਦਲੇ ਵਿੱਚ ਕੀ ਮਿਲਦਾ ਫਿਰ? ਮੈਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਲੜ ਰਿਹਾ ਸੀ 2007 'ਚ। ਸਾਰਾ ਮਾਲਵਾ ਸਾਫ਼ ਹੋ ਗਿਆ ਸੀ, ਕਾਂਗਰਸ ਜਿੱਤੀ ਸੀ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ 2007 'ਚ, ਕਿਉਂਕਿ ਜਿੰਨਾ ਮਾਲਵਾ ਸੀ ਉਹ ਬਾਦਲ ਸਾਹਿਬ ਦਾ ਸਟਰੋਂਗ ਹੋਲਡ ਸੀ, ਉਹਦੇ 'ਚ ਝਟਕਾ ਵੱਜਿਆ। ਉਸ ਤੋਂ ਬਾਅਦ ਜਿਹੜੇ ਰਾਮ ਰਹੀਮ ਸੀ ਉਹਨਾਂ ਨੇ ਗੁਰੂ ਸਾਹਿਬ ਦੀ ਪੁਸ਼ਾਕ ਪਾ ਲਈ, ਠੀਕ ਹੈ, ਉਹਨਾਂ 'ਤੇ ਕੇਸ ਰਜਿਸਟਰ ਹੋ ਗਿਆ। ਅਕਾਲੀ ਦਲ ਦੀ ਸਰਕਾਰ ਸੀ, ਕੇਸ ਰਜਿਸਟਰ ਹੋ ਗਿਆ। ਉਹ ਲਮਕਦਾ ਆਇਆ, ਉਹ 'ਚ ਕੁਛ ਨਹੀਂ ਕੀਤਾ। 2011 ਇਲੈਕਸ਼ਨ ਤੋਂ ਪਹਿਲਾਂ, 2012 ਦੀ ਇਲੈਕਸ਼ਨ ਤੋਂ ਪਹਿਲਾਂ 2011 'ਚ ਇਸੇ ਪੰਥਕ ਸਰਕਾਰ ਨੇ, ਅਸੀਂ ਉਦੋਂ ਛੱਡ ਚੁੱਕੇ ਸੀ, ਅਸੀਂ PPP ਬਣਾ ਲਈ ਸੀ, ਮਨਪ੍ਰੀਤ ਨੇ, ਅਸੀਂ ਸਾਰਿਆਂ ਛੱਡ ਚੁੱਕੇ ਸੀ, ਕਿਉਂਕਿ ਦਿਖ ਰਿਹਾ ਸੀ ਸਾਨੂੰ ਕੀ ਹੋ ਰਿਹਾ ਅੰਦਰ ਰਹਿ ਕੇ ਅਕਾਲੀ ਦਲ ਦੇ। 2012 ਵਿੱਚ ਇਹਨਾਂ ਨੇ ਉਹਨਾਂ ਨਾਲ ਸੌਦਾ ਕਰ ਲਿਆ ਕਿ ਸਾਨੂੰ ਫਿਰ ਤੋਂ ਵੋਟਾਂ ਪਾਓ ਤੁਸੀਂ ਪੰਜਾਬ ਵਿੱਚ, ਅਤੇ ਅਸੀਂ ਤੁਹਾਡਾ ਇਹ ਕੇਸ ਕੈਂਸਲ ਕਰ ਦਿੰਦੇ। ਇਹਨਾਂ ਨੇ ਅਖੀਰਲੇ ਮਹੀਨੇ ਇਲੈਕਸ਼ਨਾਂ ਤੋਂ ਪਹਿਲਾਂ ਉਹ ਕੇਸ ਕੈਂਸਲ ਕੀਤਾ, ਉਹਦੀ ਮਨਜ਼ੂਰੀ ਕਰਾਈ ਉੱਥੋਂ ਇਮੀਡੀਏਟਲੀ ਸੈਸ਼ਨ ਜੱਜ ਆਪਣਾ ਬਠਿੰਡੇ ਤੋਂ। ਉਹਦੇ ਇਵਜ਼ ਵਿੱਚ ਸੈਸ਼ਨ ਜੱਜ ਸਾਹਿਬ ਦੀ ਜਿਹੜੇ ਮਿਸਿਸ ਸੀਗੇ ਉਹਨਾਂ ਨੂੰ ਇੱਥੇ ਇਹਨਾਂ ਨੇ ਸਰਵਿਸ ਸਿਲੈਕਸ਼ਨ, ਉਹ ਜਿਹੜਾ ਸਰਵਿਸ ਬੋਰਡ ਹੈ ਉਹਦੇ ਵਿੱਚ ਉਹਨੂੰ ਮੈਂਬਰ ਬਣਾਇਆ ਇਹਨਾਂ ਨੇ। ਇਹ ਔਨ ਰਿਕਾਰਡ ਹੈ ਗੱਲਾਂ ਸਾਰੀਆਂ, ਠੀਕ ਹੈ। ਉਹਨਾਂ ਨੂੰ ਮੈਂਬਰ ਬਣਾਇਆ, ਉਹ ਮੈਂਬਰ ਰਹੇ, ਉਹਨਾਂ ਨੇ ਅਖੀਰਲੇ ਜਾਣ ਲੱਗੇ ਉਹਨਾਂ ਨੂੰ ਮੈਂਬਰ ਬਣਾਇਆ, ਜਿਨ੍ਹਾਂ ਨੇ ਉਹ ਮਨਜ਼ੂਰ ਕੀਤਾ ਸੀ ਕੇਸ। 2012 'ਚ ਫਿਰ ਤੋਂ ਸੱਚਾ, ਦੇਖੋ ਅਸੀਂ ਉੱਥੋਂ ਇਲੈਕਸ਼ਨਾਂ ਲੜਦੇ ਹਾਂ, ਇਸ ਜਿਹੜਾ
ਸੀਗਾ ਸਰਸੇ ਵਾਲਾ ਡੇਰਾ, ਇਹਨਾਂ ਦਾ ਸਿਸਟਮ ਸੀ, ਇਹ ਇਕੱਠ ਕਰਕੇ ਅਨਾਉਂਸ ਕਰ ਦਿੰਦੇ ਸੀਗੇ ਜੀ ਫਲਾਣੇ ਨੂੰ ਵੋਟ ਪਾਉਣੀ ਓਪਨਲੀ। ਕੋਈ ਇਹਨਾਂ ਨੇ 2012 ਚ ਇਹਨਾਂ ਨੇ ਓਪਨਲੀ ਅਨਾਉਂਸ ਕੀਤਾ ਕਿ ਅਸੀਂ ਅਕਾਲੀ ਦਲ ਦੀ ਮਦਦ ਕਰਨੀ। ਅਕਾਲੀ ਦਲ ਦੀ ਫਿਰ ਤੋਂ ਸਰਕਾਰ ਬਣ ਗਈ, 2012 ਚ ਬਣ ਗਈ। ਸਭ ਤੋਂ ਜ਼ਿਆਦਾ ਇਹਨਾਂ ਦਾ ਅਸਰ ਹੈ ਜਿਹੜਾ ਉਹ ਬਠਿੰਡੇ ਏਰੀਏ 'ਚ ਹੈ। 2014 ਚ ਹਰਸਿਮਰਤ ਦੀ ਇਲੈਕਸ਼ਨ ਆ ਗਈ ਬਠਿੰਡੇ ਤੋਂ, ਇਹਨਾਂ ਨੂੰ ਫਿਰ ਉਹਨਾਂ ਦੀਆਂ ਵੋਟਾਂ ਚਾਹੀਦੀਆਂ ਸੀ। ਇਹਨਾਂ ਨੇ ਦੁਬਾਰਾ ਉਹਨਾਂ ਨੂੰ ਕਿਹਾ ਕਿ ਸਾਡੀ ਮਦਦ ਕਰੋ, ਸਾਨੂੰ ਜਿਤਾਓ। ਜਦੋਂ ਮਨਪ੍ਰੀਤ ਹਰਸਿਮਰਤ ਦੇ ਉਲਟ ਇਲੈਕਸ਼ਨ ਲੜ ਰਿਹਾ ਸੀ, ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਇਹ ਕਿਹਾ ਕਿ ਸਾਨੂੰ ਅਕਾਲ ਤਖਤ ਤੋਂ ਮਾਫੀ ਦਿਵਾਓ, ਅਸੀਂ ਅਕਾਲ ਤਖਤ ਤੋਂ ਮਾਫੀ। ਇਹਨਾਂ ਨੇ ਕਿਹਾ, ਦੇਖੋ ਹੁਣ ਮੈਂ ਇਸ ਗੱਲ ਤੇ ਆਉਣ ਲੱਗਿਆ, ਇਹਨਾਂ ਨੇ ਠੀਕ ਹੈ ਉਹਨਾਂ ਤੋਂ ਫਿਰ ਵੋਟਾਂ ਲੈ ਲਈਆਂ, ਚਲੋ ਥੋੜ੍ਹੀਆਂ ਵੋਟਾਂ ਨਾਲ ਹਰਸਿਮਰਤ ਜਿੱਤ ਗਏ। ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਠੀਕ ਹੈ ਇਹ ਪੰਥਕ ਸਰਕਾਰ ਹੈ, ਵੋਟਾਂ ਤਾਂ ਗੱਲ ਸਹਿਮਤ ਹੈ, ਤੁਸੀਂ ਕਿਸੇ ਦਾ ਕੇਸ ਕਰਾਤਾ ਨਹੀਂ ਕਰਾਤਾ ਮੈਂ ਉਸ ਗੱਲ 'ਚ ਨਹੀਂ ਪੈਂਦਾ, ਚਲੋ ਤੁਸੀਂ ਲੈ ਲਈਆਂ। ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚੀ, ਅੱਜ ਤੱਕ ਕਦੀ ਬਗੈਰ ਪੇਸ਼ ਹੋਇਆ ਕਿਸੇ ਨੂੰ ਮਾਫੀ ਨਹੀਂ ਮਿਲੀ ਅਕਾਲ ਤਖਤ ਸਾਹਿਬ। ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ। ਤੇ ਪੰਥਕ ਸਰਕਾਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਜਥੇਦਾਰਾਂ ਨਾਲ ਹੌਬਿੰਗ ਨੌਬਿੰਗ ਕਰਕੇ ਤੇ ਇੱਕ ਚਿੱਠੀ ਤੇ ਰਾਮ ਰਹੀਮ ਜੀ ਨੂੰ ਦੁਆਰੇ ਹੈ ਮਾਫੀ। ਉਸ ਤੋਂ ਬਾਅਦ SGPC, ਹਾਸੋਹੀਣੀ ਗੱਲ ਹੈ ਜਿਹੜੇ ਹੁਣ ਮੈਂ ਉਹੀ ਗੱਲਾਂ ਕਹਿ ਰਹੀਆਂ ਜਿਹੜੇ ਜਗ ਜ਼ਾਹਰ ਨੇ। ਉਸ ਤੋਂ ਬਾਅਦ SGPC ਪਤਾ ਨਹੀਂ ਕਰੋੜ ਰੁਪਇਆ ਲਾ ਕੇ, ਪਤਾ ਨਹੀਂ 85 ਲੱਖ ਰੁਪਇਆ ਲਾ ਕੇ, ਕਿਉਂਕਿ ਅਖਬਾਰ ਵਾਲਿਆਂ ਨੇ ਇਸ਼ਤਿਹਾਰ ਲਾਏ ਹੋਣੇ ਆ, ਚਲੋ ਤੁਹਾਨੂੰ ਨਹੀਂ ਮਿਲਿਆ ਹੋਣਾ, ਹੋਰਾਂ ਨੂੰ 85 ਲੱਖ ਰੁਪਇਆ ਲਾ ਕੇ SGPC ਇਹ ਕਹਿ ਰਹੀ ਹੈ ਕਿ ਅਸੀਂ ਮਾਫ ਕਰਤਾ। ਦੇਖੋ ਇਹਨੇ SGPC ਕੋਲ ਪੈਸਾ ਕਿਹਦਾ? ਗੁਰੂ ਦੀ ਗੋਲਕ ਦਾ, ਸੰਗਤ ਦਾ। ਸੋ ਦੇਖੋ ਇਹ ਮਰਿਆਦਾ ਕਿੱਧਰ ਨੂੰ ਜਾ ਰਹੀ ਹੈ, ਕੌਣ ਸਿੱਖ ਮਰਿਆਦਾ ਨੂੰ ਹਰਟ ਕਰ ਰਿਹਾ? ਉਹ ਪੰਥਕ ਸਰਕਾਰ, ਉਹ ਸ਼੍ਰੋਮਣੀ ਅਕਾਲੀ ਦਲ, ਜਿਹੜਾ ਰਾਖਾ ਹੋਣਾ ਚਾਹੀਦਾ ਸਿੱਖ ਟ੍ਰੈਡੀਸ਼ਨਸ ਦਾ, ਜਿਹਦੇ ਕਰਕੇ ਇਹ ਪੈਦਾ ਹੋਇਆ ਸੀ ਸ਼੍ਰੋਮਣੀ ਅਕਾਲੀ। ਉਹਦਾ ਤਾਂ ਲੋਕਾਂ ਨੇ ਜਵਾਬ ਦੇ ਤਾ ਨਾ, ਲੋਕਾਂ ਨੇ ਤਾਂ ਸਜ਼ਾ ਸੁਣਾਤੀ। ਭਾਵੇਂ ਸਿਆਸਤ ਵਿੱਚ ਅਜੇ ਵੀ ਪਾਰਟੀ ਨਹੀਂ ਸੁਣਾ ਪਾ ਰਹੀ, ਜਿਸ ਤਰ੍ਹਾਂ ਦੀ ਹਾਰ ਦੇਖੀ ਗਈ, ਕਦੇ ਸੋਚਿਆ ਹੀ ਨਹੀਂ ਸੀਗਾ ਬਾਦਲ ਸਾਹਿਬ ਦਾ ਸ਼ਾਇਦ ਅਖੀਰਲੀ ਇਲੈਕਸ਼ਨ ਹੋਏਗੀ। ਉਹਨਾਂ ਨੂੰ ਜੋ ਕਰੀਅਰ ਇੰਨਾ ਸੋਹਣਾ ਚੱਲਿਆ ਹੈਗਾ, ਅਖੀਰ ਵਿੱਚ ਲੋਕਾਂ ਨੇ ਦੱਸਤਾ ਕਿ ਸਾਡੀ ਤਾਂ ਹੁਣ ਨਾਰਾਜ਼ਗੀ ਮੂੰਹ ਮੋੜ ਲਿਆ ਪੂਰੀ ਤਰ੍ਹਾਂ। ਬਿਲਕੁਲ ਸਹਿਮਤ ਹੈ, ਬਿਲਕੁਲ ਸਹਿਮਤ। ਮੈਂ ਸਮਝਦਾ ਕਿ ਬਿਗੇਸਟ ਟ੍ਰਿਬਿਊਟ ਟੂ ਬਾਦਲ ਸਾਹਿਬ ਸੁਖਬੀਰ ਸਿੰਘ ਹੋਰਾਂ ਦਾ ਇਹ ਹੋਏਗਾ ਕਿ ਉਹ ਕਿਉਂ ਐਵੇਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ। ਇਹ ਦੇਖੋ ਕਿਸੇ ਨਾਲ ਈਗੋ ਤਾਂ ਹੈ ਨਹੀਂ, ਈਗੋ ਤਾਂ ਹੋਵੇ ਜੇ ਕਿਸੇ ਬੰਦੇ ਨਾ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ। ਮੈਂ ਤਾਂ ਸਮਝਦਾ ਕਿ ਆਪਦੀ ਮੋਰਲ ਰਿਸਪੌਂਸਿਬਿਲਿਟੀ ਚੱਕਣ, ਅਕਾਲ ਤਖਤ ਸਾਹਿਬ ਤੇ ਜਾ ਕੇ ਕਹਿਣ ਕਿ ਹਾਂ ਮੈਂ ਗਲਤੀਆਂ ਕੀਤੀਆਂ ਜਿਹੜੀਆਂ, ਮੈਂ ਸਿਰਫ ਉਹ ਗਲਤੀਆਂ ਦੀ ਗੱਲ ਕਰ ਰਿਹਾ ਜਿਹੜੀਆਂ ਹੋਈਆਂ, ਜਿਹੜੀਆਂ ਜਗ ਜ਼ਾਹਰ ਹੈ। ਪਰ ਇਹ ਉਸ ਗੱਲ ਨੂੰ ਸਕੇਪ ਕਰ ਰਿਹਾ ਹਰੇਕ ਗੱਲ ਨੂੰ। ਦੇਖੋ ਉਸ ਗੱਲ ਨੂੰ ਜਿਹੜੀ ਹੋਈ ਹੈ ਉਹ ਤਾਂ ਮੰਨਣ ਨਾ ਕਿ ਅਸੀਂ ਕੀਤੀਆਂ। ਉਸ ਤੋਂ ਬਾਅਦ ਤੁਸੀਂ ਮੰਨ ਲਓ ਚਲੋ ਇਹਨਾਂ ਨੇ ਕਰਾਤਾ, ਫਿਰ ਬੇਅਦਬੀ ਹੋ ਗਈ। ਮੈਨੂੰ ਇੱਕ ਗੱਲ ਨਿਮਰਤ ਜੀ ਤੁਸੀਂ ਦੱਸੋ, ਕਿਸਾਨ ਆਪਣੇ ਬੈਠੇ ਰਹੇ ਹੈ ਸਾਲ ਤੋਂ ਉੱਪਰ ਬਾਰਡਰ ਤੇ ਬੈਠੇ ਰਹੇ ਆ ਨਾ, ਸੜਕਾਂ ਜਾਮ ਰਹੀਆਂ, ਕਿਸੇ ਨੇ ਕੁਛ ਨਹੀਂ ਕੀਤਾ। ਥਾਂ ਧਰਨੇ ਲੱਗਦੇ ਆ 5-5 7-7 ਦਿਨ 10-10 ਦਿਨ, ਸੰਗਤਾਂ ਬੈਠੀਆਂ ਰਹਿੰਦੀਆਂ, ਆਲਟਰਨੇਟਿਵ ਰੂਟ ਖੁੱਲ੍ਹ ਜਾਂਦੇ ਆ। ਠੀਕ ਹੈ, ਪੀਪਲ ਹੈਵ ਦਾ ਰਾਈਟ ਟੂ ਪ੍ਰੋਟੈਸਟ। ਦੂਜੀ ਗੱਲ ਇਹ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਹੈ, ਕੋਈ ਛੋਟਾ ਨਹੀਂਗਾ। ਇਹ ਕਿਹੜਾ ਕੋਈ ਇਹ ਹੈ ਕਿ ਕਿਸੇ ਦੇ ਖੇਤ ਨੂੰ ਮਤਲਬ ਪਾਣੀ ਆ ਗਿਆ, ਉਹਨੇ ਮੁਆਵਜ਼ੇ ਦਾ ਧਰਨਾ ਹੈ ਜਾਂ ਹੋਰ ਕਿਸੇ ਗੱਲ ਦਾ ਧਰਨਾ। ਜੇ ਹਫ਼ਤਾ 10 ਦਿਨ 2 ਚੌਂਕਾਂ 'ਚ ਲੋਕ ਬੈਠੇ ਵੀ ਰਹਿੰਦੇ ਤੇ ਕੀ ਆਫਤ ਆਉਂਦੀ ਸੀ, ਮੈਨੂੰ ਸਮਝਾਓ। ਕੋਟਕਪੂਰੇ ਦਾ ਜੇ ਇੱਕ ਚੌਂਕ ਬੰਦ ਹੁੰਦਾ, ਦੇਰ 10 ਬਾਈਪਾਸਿਸ ਟੂ ਇਟ, ਟ੍ਰੈਫਿਕ ਤਾਂ ਬੰਦ ਹੀ ਨਹੀਂ ਹੋਣਾ ਸੀ, ਜਿੱਧਰ ਮਰਜ਼ੀ ਬਾਈਪਾਸ ਕਰ ਦਿੰਦੇ। ਜੇ ਬਾਈਬਲ ਕਲਾਮ ਲੋਕ ਬਹਿ ਗਏ ਹੈ ਤੇ ਕੀ ਐਡੀ ਗੱਲ ਹੈ? ਹੁਣ ਵੀ ਲੋਕ ਇੰਨੀ ਦੇਰ ਬਹਿੰਦੇ ਆ, ਉਹਨੂੰ ਬਾਈਪਾਸ ਹੋ ਸਕਦਾ ਸੀ। ਕੀ ਐਡੀ ਆਫਤ ਸੀ ਕਿ ਅਸੀਂ 2 ਦਿਨਾਂ ਦੇ ਅੰਦਰ ਬਿਕੋਜ਼ ਸੁਮੇਧ ਸੈਣੀ ਜੀ ਦਾ ਜੋ ਰਿਕਾਰਡ ਰਿਹਾ ਹੈਗਾ, ਉਹ ਬੜੀ ਜਲਦੀ ਬੰਦੂਕ ਕੱਢਦੇ ਨੇ, ਉਹ ਬੜੀ ਜਲਦੀ ਐਕਸ਼ਨ ਲੈਣ ਵਾਲੇ ਦੌਰ ਚੋਂ ਨਿਕਲੇ ਨੇ। ਸ਼ਾਇਦ ਉਹਨਾਂ ਨੇ ਆਪ ਕਰ ਲਿਆ ਹੋਏ, ਫੈਸਲਾ ਕਰ ਲਿਆ ਹੋਏ ਕਿ ਨਹੀਂ ਚੁਕਵਾਓ ਲੋਕਾਂ ਨੂੰ। ਦੇਖੋ ਇਹ ਗੱਲ ਤਾਂ ਸੈਣੀ ਸਾਹਿਬ ਨੇ ਦੱਸਣੀ ਹੈ ਜਾਂ ਸੁਖਬੀਰ ਸਿੰਘ ਬਾਦਲ ਨੇ, ਚਲੋ ਇਹ ਗੱਲ। ਪਰ ਇੱਕ ਮੇਰੀ ਰਿਕੁਐਸਟ ਹੈ ਤੁਹਾਨੂੰ ਕਿ ਸੈਣੀ ਸਾਹਿਬ ਨੂੰ DGP ਤਾਂ ਪੰਥਕ ਸਰਕਾਰ ਨੇ ਲਾਇਆ ਨਾ। ਸੈਣੀ ਸਾਹਿਬ
ਐਸਐਸਪੀ ਤੋਂ ਸੈਣੀ ਸਾਹਿਬ ਨੂੰ ਸਾਰੇ ਦੇਖਦੇ ਆ ਰਹੇ ਆ। ਜੇ ਸੈਣੀ ਸਾਹਿਬ ਦੀਆਂ ਕੋਈ ਚੰਗੀਆਂ ਆਦਤਾਂ ਹੈ ਤਾਂ ਜਾਂ ਕੋਈ ਕਮੀਆਂ ਹੈ ਉਹ ਤਾਂ ਸਭ ਨੇ ਦੇਖੀਆਂ ਹੈ, ਤੇ ਸਭ ਤੋਂ ਜ਼ਿਆਦਾ ਬਾਦਲ ਸਾਹਿਬ ਜਾਂ ਸੁਖਬੀਰ ਹੋਰਾਂ ਨੇ ਦੇਖੀਆਂ। ਤੇ ਫੈਸਲਾ ਤਾਂ ਲਾਉਣ ਦਾ ਇਹਨਾਂ ਨੂੰ ਹੀ ਸੀਗਾ, ਇਹਨਾਂ ਨੇ ਲਾਇਆ ਡੀਜੀਪੀ, ਹੋਰ ਕਿਸੇ ਨੇ ਤਾਂ ਨਹੀਂ ਲਾਇਆ ਨਾ। ਸੋ ਜੇ ਦੇਖੋ ਇੱਕ ਗੱਲ ਸਮਝੋ, ਜੇ ਏਡੇ ਵੱਡੇ ਸਮੇਂ ਤੇ ਤੁਹਾਡਾ ਅਪੁਆਇੰਟਡ ਬੰਦਾ ਆਪਾਂ ਲੈ ਲਈ, ਜੇ ਤੁਸੀਂ ਕਹਿੰਦੇ ਹੋ ਤੁਸੀਂ ਨਹੀਂ ਕੀਤੀ, ਚਲੋ ਜੇ ਕਿਸੇ ਹੋਰ ਨੇ ਗਲਤੀ ਕਰ ਲਈ, ਅਲਟੀਮੇਟਲੀ ਮੋਰਲ ਰਿਸਪੌਂਸਿਬਿਲਟੀ ਤਾਂ ਪੰਥਕ ਸਰਕਾਰ ਦੀ ਬਣ ਗਈ ਨਾ। ਸਮਾਂ ਤਾਂ ਤੁਹਾਡਾ ਹੀ ਹੈ ਨਾ, ਤੁਹਾਡੇ ਹੀ ਸਿਲੈਕਟਡ ਬੰਦੇ ਹੈ ਨਾ, ਚਾਹੇ ਐਸਐਸਪੀ ਹੈ ਚਾਹੇ ਡੀਜੀਪੀ ਹੈ, ਇਟ ਇਜ਼ ਸਿਲੈਕਟਡ ਬਾਈ ਦ ਪੰਥਕ ਗਵਰਨਮੈਂਟ। ਐਂਡ ਇਹ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਇਸ਼ੂ ਹੈ, ਇਹ ਕੋਈ ਇਹ ਤਾਂ ਹੈ ਨਹੀਂ ਕਿ ਮਾੜਾ ਮੋਟਾ ਕੋਈ ਇਸ਼ੂ ਹੈ। ਕਿਉਂਕਿ ਅੱਜ ਅਸੀਂ ਇਹ ਗੱਲਾਂ ਕਰ ਰਹੇ ਹਾਂ, ਇਹ ਆਈ ਥਿੰਕ ਸਭ ਜਾਣਦੇ ਨੇ, ਸਮਝਦੇ। ਜਿਵੇਂ ਪਹਿਲੇ ਕਿਹਾ ਕਿ ਵੋਟਾਂ ਤੇ ਲੋਕਾਂ ਨੇ ਦੱਸਤਾ ਕਿ ਵੀ ਅਸੀਂ ਹੁਣ ਆਪਣਾ ਕੋਈ ਆਸ ਨਹੀਂ ਰੱਖੀ ਇਹਨਾਂ ਲੋਕਾਂ ਤੋਂ। ਅੱਜ ਜਿਹੜਾ ਸਰਕਾਰ ਫੈਸਲਾ ਕਰ ਰਹੀ ਹੈ, ਜਿਹੜਾ ਸਿੱਟ ਨੇ ਉਹਨਾਂ ਨੂੰ ਬੁਲਾਇਆ ਹੈ, ਜਿਸ ਤਰ੍ਹਾਂ ਹੁਣ ਚੱਲ ਰਹੀ ਹੈ, ਇਹ ਤੁਹਾਡੀ ਸਰਕਾਰ ਵੱਲ ਕਿਉਂ ਨਹੀਂ ਹੋ ਪਾਇਆ? ਤੇ ਅੱਜ ਸਾਨੂੰ ਖੁਸ਼ੀ ਹੋ ਰਹੀ ਕਿ ਇਹ ਸਿੱਟ ਠੀਕ ਰਸਤੇ ਜਾ ਰਹੀ ਹੈ। ਦੇਖੋ ਮੈਨੂੰ ਖੁਸ਼ੀ ਨਹੀਂ ਹੋ ਰਹੀ, ਮੈਨੂੰ ਖੁਸ਼ੀ ਉਦੋਂ ਹੋਏਗੀ ਜਦੋਂ ਸਭ ਤੋਂ ਪਹਿਲਾਂ ਤਾਂ ਮੈਂ ਚਾਹੁੰਦਾ ਕਿ ਦੇਖੋ ਜਦੋਂ ਬੰਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਨਾ, ਠੀਕ ਹੈ, ਤੇ ਕੋਈ ਵੱਡੀ ਗੱਲ ਨਹੀਂ, ਗੁਰੂ ਘਰ ਜਾ ਕੇ ਸਾਰੇ ਹੀ ਭੁੱਲਾਂ ਬਖਸ਼ਾਉਂਦੇ ਆ। ਇਹ ਅਕਾਲੀ ਦਲ ਨੇ ਕੀਤਾ ਸੀ, ਮੈਂ ਕਿ ਸਾਰੇ ਇਕੱਠੇ ਗਏ ਸੀ ਜਦ ਪਿਛਲੀ ਚੋਣਾਂ ਹਾਰੇ ਨੇ, ਤਾਂ ਸਾਰੇ ਇੱਕ ਵਾਰੀ ਇਕੱਠੇ ਹੋ ਕੇ। ਮੇਰੀ ਇੱਕ ਰਿਕੁਐਸਟ ਹੈ, ਗੱਲ ਇਹ ਹੈ ਕਿ ਜਦੋਂ ਗਲਤੀ ਮੰਨਣੀ ਹੋਵੇ ਫਰਾਕ ਦਿਲੀ ਨਾਲ ਮੰਨਣੀ ਚਾਹੀਦੀ। ਠੀਕ, ਇਹ ਸਿਰਫ ਡਰਾਮੇਬਾਜ਼ੀ ਕਰਨੀ, ਸਿਰਫ ਪੋਲੀਟੀਕਲ ਸ਼ੋਅ ਬਣਾਉਣਾ। ਉਹਨਾਂ ਦੀ ਗਲਤੀ ਮੰਨਣ ਨਾਲ ਕੀ ਹੋ ਜਾਏਗਾ? ਉਹਨਾਂ ਦੀ ਗਲਤੀ ਮੰਨਣਾ ਹੀ ਉਹਨਾਂ ਦਾ ਹੀ ਪ੍ਰਾਸ਼ਚਿਤ ਹੋਏਗਾ, ਉਹ ਉਹਨਾਂ ਦੀ ਮਰਜ਼ੀ, ਉਹ ਕਦ ਪ੍ਰਾਸ਼ਚਿਤ। ਮੈਂ ਸਮਝਦਾ ਇੱਕ ਕਿਸਮ ਦਾ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਸੰਗਤ ਦੇ ਠੰਡ ਤਾਂ ਪਏਗੀ ਨਾ। ਪਰ ਆਈ ਥਿੰਕ ਲੋਕਾਂ ਨੂੰ ਠੰਡ ਥੋੜੀ ਜਿਹੀ, ਜਦ ਸੀਟਾਂ ਹਾਰੀਆਂ ਗਈਆਂ ਇਸ ਵਾਰੀ, ਜਿਹੜੇ ਵੀ ਮੁੱਖ ਅਕਾਲੀ ਦਲ ਨੂੰ 3 ਸੀਟਾਂ ਦੇ ਲੋਕਾਂ ਨੇ ਲਿਆਤਾ। ਦੇਖੋ ਤੁਸੀਂ ਗੱਲ ਕੀਤੀ ਸਾਡੀ ਸਰਕਾਰ, ਜੇ ਲੋਕਾਂ ਨੇ ਉਹਨਾਂ ਨੂੰ ਸਜ਼ਾ ਦਿੱਤੀ ਤਾਂ ਸਾਨੂੰ ਵੀ ਦੇਤੀ, ਤੁਹਾਨੂੰ ਵੀ ਮਿਲੀ, ਸਾਨੂੰ ਵੀ। ਮੈਂ ਉੱਥੇ ਆਉਣ ਲੱਗੀ ਸੀ ਕਿ ਜਦ ਸੱਤਾ ਵਿੱਚ ਕੋਈ ਆਉਂਦਾ ਹੈ, ਉਹ ਇੰਨੇ ਹੰਕਾਰੀ ਕਿਉਂ ਹੋ ਜਾਂਦੇ ਨੇ ਕਿ ਉਹ ਭੁੱਲ ਜਾਂਦੇ ਨੇ ਕਿ ਉਹ ਕਿਹੜੇ ਵਾਅਦੇ ਕਰਕੇ ਆਏ ਸੀਗੇ। ਅਕਾਲੀ ਦਲ ਭੁੱਲਿਆ, ਅਕਾਲੀ ਦਲ ਆਪਣਾ ਮਕਸਦ ਭੁੱਲ ਗਿਆ। ਕਾਂਗਰਸ ਜਿਹੜੀ ਕਹਿੰਦੀ ਸੀ ਅਸੀਂ ਨਿਆਏ ਬਰਗਾੜੀ ਦੇ ਮੁੱਦੇ ਤੇ ਦਵਾਵਾਂਗੇ, ਨਸ਼ੇ ਖਤਮ ਕਰਾਂਗੇ, ਕੁਝ ਵੀ ਨਹੀਂ ਕਰਕੇ ਗਈ ਉਸ ਮੁੱਦੇ ਤੇ। ਦੇਖੋ ਨਿਮਰਤ ਜੀ, ਗੱਲ ਇਹ ਹੈ, ਮੇਰੀ ਕੈਪਟਨ ਅਮਰਿੰਦਰ ਸਿੰਘ ਨਾਲ ਪਰਸਨਲੀ ਬਹੁਤ ਪਿਆਰ ਹੈ, ਤੇ ਜਦੋਂ ਦੇ ਉਹ ਸੀਐਮਸ਼ਿਪ ਤੋਂ ਹਟੇ, ਮੈਂ ਕਦੀ ਕੈਮਰੇ ਤੇ ਆ ਕੇ ਮਤਲਬ ਆਈ ਡੋਂਟ ਵਾਂਟ ਟੂ ਸੇ ਐਨੀਥਿੰਗ, ਪਰ ਹਾਂ ਮਤਲਬ ਕੈਪਟਨ ਸਾਹਿਬ ਵਿੱਚ ਕਈ ਵੱਡੇ ਗੁਣ ਵੀ ਸੀ। ਤੇ ਮੈਂ ਸਮਝਦਾ ਐਤਕੀ ਕੈਪਟਨ ਸਾਹਿਬ ਨੇ ਜਿਹੜੀ ਪਿਛਲੀ ਆਪਦੀ ਸਾਰੀ ਕਮਾਈ ਕੀਤੀ ਸੀ ਟੂਵਰਡਸ ਸਿੱਖ ਪੰਥ, ਉਹ ਐਤਕੀ ਆ ਕੇ ਉਹਨਾਂ ਨੇ ਆਪਦਾ ਨੁਕਸਾਨ ਕਰਾਇਆ। ਮੈਂ ਪਰਸਨਲੀ ਸਮਝਦਾ, ਇੱਕ ਦੋ ਵਾਰੀ ਕਈ ਵਾਰੀ ਅਖਬਾਰਾਂ ਨੇ ਵੀ ਪੁੱਛਿਆ ਸੀ, ਤੇ ਮੈਂ ਹਮੇਸ਼ਾ ਕਹਿੰਦਾ ਰਿਹਾ, ਮੈਂ ਕੈਪਟਨ ਸਾਹਿਬ ਨੂੰ ਕਹਿੰਦਾ ਰਿਹਾ ਮੂੰਹ ਤੇ ਕਿ ਸਰ ਬਾਕੀ ਸਿਆਸਤ ਆਪਦੀ ਥਾਂ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਮੇਰੇ ਵਾਸਤੇ ਸਭ ਤੋਂ ਉੱਤੀ ਹੈ। ਮੈਂ ਇਹਦੇ 'ਚ ਆ ਕੇ ਨਹੀਂ ਮੈਂ ਗਲਤ ਮਲਤ ਬਿਆਨਬਾਜ਼ੀ ਕਰ ਸਕਦਾ। ਮੈਂ ਸਮਝਦਾ ਕਿ ਜਿਹੜਾ ਕੈਪਟਨ ਸਾਹਿਬ ਦਾ ਰਾਜੀਨਾਮਾ ਸੀ ਬਾਦਲ ਪਰਿਵਾਰ ਨਾਲ, ਆਈ ਥਿੰਕ ਇਹ ਜਿਹੜੇ ਮੁੱਦੇ ਹੈ ਇਹ ਉਹਦੀ ਭੇਟ ਚੜ੍ਹ ਗਏ। ਰਾਜੀਨਾਮਾ ਸੀਗਾ, ਤੁਹਾਨੂੰ ਪੂਰਾ ਵਿਸ਼ਵਾਸ ਹੈਗਾ? ਹਾਂ ਸੀ। ਫਿਰ ਤੁਸੀਂ ਵਾਰ-ਵਾਰ ਲੋਕਾਂ ਨੂੰ ਕਿਉਂ ਵਿਸ਼ਵਾਸ ਦਿੰਦੇ ਰਹੇ ਕਿ ਨਿਆਂ ਮਿਲੇਗਾ ਜਦ ਤੁਸੀਂ ਜਾਣਦੇ ਸੀ ਕਿ ਰਾਜੀਨਾਮਾ ਸੀ? ਦੇਖੋ ਨਿਮਰਤ ਜੀ, ਗੱਲ ਇਹ ਹੈ ਕਿ ਡੈਮੋਕ੍ਰੇਸੀ ਵਿੱਚ ਚੀਫ ਮਿਨਿਸਟਰ ਹੈਜ਼ ਦਾ ਐਬਸੋਲੂਟ ਪਾਵਰ, ਇਹ ਆਪਾਂ ਨੂੰ ਮੰਨਣੀ ਪਏਗੀ ਗੱਲ, ਠੀਕ ਹੈ। ਅਲਟੀਮੇਟਲੀ ਦ ਵਿਲ ਆਫ ਦ ਚੀਫ ਮਿਨਿਸਟਰ ਹੈ ਜਿਹੜੀ ਉਹ ਪ੍ਰਵੇਲ ਕਰਦੀ ਹੈ। ਬੀਇੰਗ ਇਨ ਅ ਡਿਸਪਲਿਨਡ ਪਾਰਟੀ, ਤੁਸੀਂ ਅੰਦਰ ਬਹਿ ਕੇ ਆਪਦੇ ਚੀਫ ਮਿਨਿਸਟਰ ਨੂੰ, ਆਪਦੇ ਲੀਡਰ ਨੂੰ ਬਹੁਤ ਕੁਝ ਕਹਿ ਦਿੰਦੇ ਹੋ, ਤੇ ਮੈਂ ਸਮਝਦਾ। ਤੁਸੀਂ ਕਦੀ ਕਿਹਾ ਉਹਨਾਂ ਨੂੰ ਇਸ ਬਾਰੇ? ਮੈਂ ਉਹੀ ਤੁਹਾਨੂੰ ਦੱਸਣ ਲੱਗਿਆ, ਅਸੀਂ 5-7 ਚੰਦ ਬੰਦੇ ਸੀ ਜਿਹੜੇ ਅਸੀਂ ਉਹਨਾਂ ਦੇ ਨੇੜੇ ਸੀ, ਉਹਨਾਂ ਦਾ ਸਤਿਕਾਰ ਕਰਦੇ ਸੀ, ਹੁਣ ਵੀ ਕਰਦੇ, ਤੇ ਉਹਨਾਂ ਨੂੰ ਪਿਆਰ ਵੀ ਕਰਦੇ ਸੀ, ਕਿਉਂਕਿ ਅਸੀਂ ਉਹਨਾਂ ਨਾਲ ਬੜੇ ਤਗੜੇ ਹੋ ਕੇ ਲੜਾਈ ਲੜੀ। ਹੁਣ ਨਹੀਂ ਕਰਦੇ? ਹੈ ਜੀ, ਹੁਣ ਨਹੀਂ ਕਰਦੇ? ਨਹੀਂ ਕਰਦੇ, ਮੈਂ ਕਿਹਾ ਸਤਿਕਾਰ ਕਰਦੇ, ਮੈਂ ਕਿਹਾ ਪਿਆਰ ਨਹੀਂ, ਸਤਿਕਾਰ ਵੀ ਕਰਦੇ, ਪਿਆਰ ਵੀ ਕਰਦੇ, ਪਰ ਅਸੀਂ ਸਮਝਦੇ ਹਾਂ ਕਿ ਇਹਦੇ ਵਿੱਚ ਉਹਨਾਂ ਨੇ ਆਪਦਾ ਵੀ ਲੋਕਾਂ ਵਿੱਚ ਅਕਸ ਖਰਾਬ ਕੀਤਾ ਤੇ ਸਾਡਾ ਵੀ ਕੀਤਾ। ਲੋਕਾਂ ਨੂੰ ਉਹਨਾਂ ਤੋਂ ਬਹੁਤ ਆਸ਼ਾ ਸੀ, ਕਿਉਂਕਿ ਕਿੱਥੇ ਪਾਣੀਆਂ ਦਾ ਰਾਖਾ ਦਾ
ਨਾਮ ਸੀ, ਕਿੱਥੇ ਆਖਰੀ ਸਿੱਖ ਮਹਾਰਾਜਾ ਉਹਨਾਂ ਨੂੰ ਮੰਨਿਆ ਜਾਂਦਾ ਹੈਗਾ। ਨਹੀਂ ਤੁਸੀਂ ਦੇਖੋ 84 ਵੇਲੇ ਰਿਜ਼ਾਈਨ ਕੀਤਾ, ਫਿਰ ਤੁਸੀਂ ਦੇਖੋ ਬਲੈਕ ਥੰਡਰ ਵੇਲੇ ਰਿਜ਼ਾਈਨ ਕੀਤਾ। ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦਾ ਰਿਹਾ ਕਿ ਕੈਪਟਨ ਸਾਹਿਬ ਤੁਸੀਂ ਹਿਸਟਰੀ ਲਿਖਣ ਦੇ ਸ਼ੌਕੀਨ ਹੋ, ਪਰ ਇਹਨਾਂ ਮੁੱਦਿਆਂ ਤੇ ਹਿਸਟਰੀ ਵਿਲ ਨੈਵਰ ਬੀ ਕਾਈਂਡ ਟੂ ਯੂ ਇਨ ਪੰਜਾਬ। ਐਂਡ ਮੈਂ ਇਹ ਕਹਿੰਦਾ ਸੀ ਮੇਰਾ ਬਿਗੇਸਟ ਫੇਅਰ ਹੈ, ਸੋ ਆਈ ਡੋਂਟ ਵਾਂਟ ਕਿ ਹਿਸਟਰੀ ਤੁਸੀਂ ਇੰਨਾ ਕੁਝ ਕਰਨ ਤੋਂ ਬਾਅਦ ਕਿ ਹੁਣ ਤੁਸੀਂ ਆ ਕੇ ਹਿਸਟਰੀ ਸ਼ੁੱਡ ਬੀ ਅਨਕਾਈਂਡ ਟੂ ਯੂ। ਕਈ ਵਾਰੀ ਜ਼ਿੰਦਗੀ ਵਿੱਚ ਇਹੋ ਜਿਹੇ ਇਸ਼ੂ ਆਉਂਦੇ ਆ ਜਿਨ੍ਹਾਂ ਵਿੱਚ ਕਈ ਵਾਰੀ ਆਪਦੀ ਦੋਸਤੀ ਜਾਂ ਆਪਦੇ ਕੰਪਰੋਮਾਈਜ਼ ਤੋਂ ਉੱਪਰ ਉੱਠਣਾ ਪੈਂਦਾ। ਸੋ ਆਈ ਥਿੰਕ ਕੈਪਟਨ ਸਾਹਿਬ ਐਤਕੀ ਨਹੀਂ ਉੱਠ ਸਕੇ, ਉਹਨਾਂ ਦਾ ਕੰਪਰੋਮਾਈਜ਼ ਸੀਗਾ ਇਹਨਾਂ ਇਸ਼ੂਜ਼ ਤੇ। ਸਿਰਫ ਇਸ਼ੂ ਪੈਸਿਆਂ ਦਾ ਸੀਗਾ? ਨਹੀਂ, ਰਾਜ਼ੀਨਾਮਾ ਕਿਸ ਗੱਲ ਤੇ ਹੋਇਆ? ਗੱਲ ਪੈਸੇ ਦੀ ਨਹੀਂ ਸੀ। ਆਈ ਥਿੰਕ ਇਸ ਤੋਂ ਪਹਿਲਾਂ ਜਦੋਂ ਕੈਪਟਨ ਸਾਹਿਬ ਨੇ ਬਾਦਲ ਪਰਿਵਾਰ ਤੇ ਉਦੋਂ ਦੋਸ਼ ਲਾਏ ਸੀਗੇ ਕਰਪਸ਼ਨ ਦੇ, ਉਹਨਾਂ ਨੇ ਕੇਸ ਕੀਤੇ, ਫਿਰ ਉਹਨਾਂ ਨੇ ਕੈਪਟਨ ਸਾਹਿਬ ਤੇ ਕੀਤੇ। ਸੋ ਮੈਂ ਸਮਝਦਾ ਅਲਟੀਮੇਟਲੀ ਇਹਨਾਂ ਦੋਨਾਂ ਫੈਮਲੀਜ਼ ਇਹਨਾਂ ਨੇ ਸਮਝੌਤਾ ਕਰ ਲਿਆ ਕਿ ਆਪਾਂ ਹੁਣੇ ਬੰਦ ਕਰੀਏ, ਆਪਾਂ ਇੱਕ ਦੂਜੇ ਤੇ ਪਰਸਨਲ ਅਟੈਕ ਨਹੀਂ ਕਰਨਾ। ਸੋ ਉਹਨਾਂ ਨੂੰ ਲੱਗਦਾ ਸੀ ਕਿ ਮੈਂ 5 ਸਾਲ ਮੈਂ ਰਾਜ ਕਰਾਂਗਾ, ਫਿਰ ਅਕਾਲੀ ਦਲ ਆ ਜਾਣਗੇ, ਉਹੀ ਸਿਸਟਮ ਚੱਲਦਾ ਰਹੇਗਾ ਤੇ ਉਹ ਮਤਲਬ ਉਹ ਯੂਨੀਵਰਸ ਨੇ ਕੁਗਲੀ ਪੇ ਕਰਤੀ ਕਿ ਆਪ ਆ ਗਏ। ਬਿਲਕੁਲ ਠੀਕ ਹੈ, ਇਹ ਮੈਂ ਸਮਝਦਾ ਚਲੋ ਅਕਾਲੀ ਦਲ ਨੇ ਤਾਂ ਜਿਹੜੀਆਂ ਗਲਤੀਆਂ ਕੀਤੀਆਂ ਸੀ, ਇਹਨਾਂ ਗਲਤੀਆਂ ਕਰਕੇ ਲੋਕ ਸਾਡੇ ਤੇ ਨਾਰਾਜ਼ ਹੋਏ। ਲਿਟਰਲੀ ਜਿਹੜਾ ਕ੍ਰਾਈਮ ਮਤਲਬ ਜਿਹੜੀ ਉਹ ਸੱਟ ਵੱਜੀ ਸੀ, ਜਦ ਇੱਕ ਜਨਰਲ ਡਾਇਰ ਦੇ ਵਾਂਗ ਤੁਸੀਂ ਆਪਣਿਆਂ ਤੇ ਗੋਲੀਆਂ, ਉਹਨਾਂ ਚਲੋ ਪਰਾਏ ਸੀਗੇ, ਇੱਥੇ ਆਪਣਿਆਂ ਨੇ ਆਪਣਿਆਂ ਤੇ ਗੋਲੀਆਂ ਚਲਾਈਆਂ। ਉਹ ਭਾਵੇਂ ਗੋਲੀਆਂ ਚਲਾਈਆਂ ਹੋਣ, ਟ੍ਰਿਗਰ ਉਹਨਾਂ ਦਾ ਸੀਗਾ, ਬਟ ਹੁਣ ਦੋਸ਼ ਤੁਹਾਡੇ ਤੇ ਵੀ ਲੱਗਦਾ ਕਿ ਤੁਸੀਂ ਵੀ ਛੁਪਾਉਣ ਦੀ ਕੋਸ਼ਿਸ਼ ਵਿੱਚ ਜਾਂ। ਦੇਖੋ ਇੱਕ ਮੈਂ ਨਿਮਰਤ ਜੀ ਗੱਲ ਕਹਿਣਾ ਚਾਹੁੰਦਾ ਕਿ ਮੈਂ ਤੁਹਾਨੂੰ ਫੇਰ ਕਿਹਾ ਕਿ ਜਿਹੜਾ CM ਹੈ ਇਜ਼ ਦਾ ਅਲਟੀਮੇਟ ਪਾਵਰ। ਅਸੀਂ ਅੰਦਰ ਬੈਠ ਕੇ ਕੁਝ ਸਾਥੀਆਂ ਨੇ ਜਿਹੜੇ ਕੈਪਟਨ ਸਾਹਿਬ ਦੇ ਨੇੜੇ ਸੀ, ਬਹੁਤ ਜ਼ੋਰ ਨਾਲ ਵੀ ਕਹਿੰਦੇ ਰਹੇ, ਬਹੁਤ ਮਿੰਨਤਾਂ ਵੀ ਕੱਢਦੇ ਰਹੇ ਹੈ ਕਿ ਇਹ ਤੁਹਾਡਾ ਪ੍ਰੋਮਿਸ ਹੈ, ਤੇ ਅਸੀਂ ਵੀ ਇਸ ਗੱਲ 'ਚ ਸਾਰੇ ਅਫੈਕਟ ਹੁੰਦੇ ਹਾਂ, ਸਾਡੇ ਕਰੀਅਰ ਵੀ ਇਫੈਕਟ ਹੁੰਦੇ ਆ, ਤੇ ਇਸ ਕਰਕੇ ਆਪਾਂ ਇਹਨੂੰ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਈਏ। ਪਰ ਆਈ ਥਿੰਕ ਹੀ ਵਾਜ਼ ਇਨ ਨੋ ਮੂਡ, ਮਤਲਬ ਉਹ ਆਪਦਾ ਉਹ ਜਿਹੜਾ ਕੰਪਰੋਮਾਈਜ਼ ਸੀ ਉਹਨੂੰ ਨਹੀਂ ਕਰਨਾ ਚਾਹੁੰਦੇ ਸੀਗੇ, ਉਹਨੂੰ ਖਤਮ ਨਹੀਂ ਕਰਨਾ ਚਾਹੁੰਦੇ ਸੀ। ਸੋ ਪਰ ਤੁਸੀਂ ਇਸ ਤੋਂ ਬਾਅਦ ਤੁਹਾਨੂੰ ਸਮਾਂ ਭਾਵੇਂ ਘੱਟ ਮਿਲਿਆ, ਇਹ CM ਦੀ ਕੁਰਸੀ ਬਦਲੀ ਗਈ, ਨਵੇਂ CM ਆਏ, ਉਹ ਮਹੀਨੇ ਘੱਟ ਸੀ ਤੁਹਾਨੂੰ ਕੁਝ ਐਕਸ਼ਨ ਲੈਣ ਲਈ ਜਾਂ ਕੁਝ ਕਰਨ ਲਈ? ਦੇਖੋ ਇੱਕ ਤਾਂ ਸਮਾਂ ਬੜਾ ਘੱਟ ਸੀ ਜਾਂ ਵਿਲ ਨਹੀਂ ਸੀਗੀ? ਨਹੀਂ, ਵਿਲ ਸੀਗੀ, ਸਮਾਂ ਬਹੁਤ ਘੱਟ ਸੀ। ਇਸੇ ਕਰਕੇ ਹੀ ਕਾਂਗਰਸ ਪਾਰਟੀ ਨੇ ਕੈਪਟਨ ਸਾਹਿਬ ਨੂੰ ਬਦਲਿਆ ਸੀ, ਤੇ ਇਸੇ ਕਰਕੇ ਜਿਹੜੇ ਅਸੀਂ ਕੈਪਟਨ ਸਾਹਿਬ ਦੇ ਬਹੁਤ ਨੇੜੇ ਸੀ, ਸਾਨੂੰ ਵੀ ਚੁੱਪ ਕਰਨਾ ਪਿਆ। ਨਹੀਂ ਤਾਂ ਜੇ ਹੋਰ ਕਿਸੇ ਗੱਲ ਤੇ ਕੈਪਟਨ ਸਾਹਿਬ ਨੂੰ ਕਾਂਗਰਸ ਪਾਰਟੀ ਕਹਿੰਦੀ, ਸ਼ਾਇਦ ਅਸੀਂ ਇਸ ਗੱਲ ਨੂੰ ਕਹਿੰਦੇ ਕਿ ਨਹੀਂ। ਪਰ ਇਹ ਇਸ਼ੂ ਇਹੋ ਜਿਹੇ ਸੀ ਜਿੱਥੇ ਕੈਪਟਨ ਸਾਹਿਬ ਨੇ ਪ੍ਰੋਮਿਸ ਕੀਤਾ ਸੀ, ਸਾਡੇ ਤੇ ਵੀ ਇਹ ਤਲਵਾਰ ਲਮਕਦੀ ਸੀ, ਸਾਨੂੰ ਚੁੱਪ ਰਹਿਣਾ ਪਿਆ। ਪਰ ਵਿਲ ਸੀਗੀ ਕਾਂਗਰਸ ਪਾਰਟੀ ਦੀ ਤੇ ਚੰਨੀ, ਪਰ ਉਸ ਤੋਂ ਬਾਅਦ ਤਾਂ ਫਿਰ ਸਾਡੇ ਜਿਹੜੇ 2-3 ਸੀਨੀਅਰ ਲੀਡਰ ਸੀ, ਉਹਨਾਂ ਦਾ ਆਪਸ 'ਚ ਖਿੱਚੋਤਾਣ ਇੰਨੀ ਤੇਜ਼ ਸ਼ੁਰੂ ਹੋ ਗਈ ਜਿਹਦਾ ਵੀ ਅਸੀਂ ਖਮਿਆਜਾ ਭੁਗਤਿਆ ਇਸ ਇਲੈਕਸ਼ਨ ਵਿੱਚ। ਸੋ ਇਸ ਕਰਕੇ ਉਸ ਗੱਲ ਦਾ ਵੀ ਨੁਕਸਾਨ ਹੋਇਆ। ਸੋ ਕਾਫੀ ਇਸ਼ੂਜ਼ ਉਸ ਤੋਂ ਬਾਅਦ ਸੈਟਲ ਕੀਤੇ, ਜਿਵੇਂ ਬਿਜਲੀ ਦਾ ਇਸ਼ੂ ਚੰਨੀ ਸਾਹਿਬ ਨੇ ਬੜਾ ਵਧੀਆ ਤਰੀਕੇ ਨਾਲ ਸੈਟਲ ਕੀਤਾ, ਬਿਜਲੀ ਦੇ ਬੜੇ ਵਧੀਆ ਲੋਕਾਂ ਨੂੰ ਬਿੱਲ ਆਏ। ਹੋਰ ਬੜੇ ਇਸ਼ੂ ਸੀਗੇ, ਜਿਵੇਂ ਡਰੱਗਸ ਦਾ ਇਸ਼ੂ ਸੀ। ਦੇਖੋ ਲੋਕਾਂ 'ਚ ਇਹ ਸੀਗਾ ਕਿ ਬਿਕਰਮ ਮਜੀਠੀਆ ਸਮਝੌਤੇ ਕਰਕੇ ਜਾਂ ਵਾਟਐਵਰ ਜੋ ਸੀਗਾ, ਇੱਕ ਕੋਈ ਰਿਪੋਰਟ ਬਣਾਈ ਸੀ STF ਨੇ, ਉਹ ਹਾਈ ਕੋਰਟ 'ਚ ਪਈ ਸੀ, ਤੇ ਕੈਪਟਨ ਸਾਹਿਬ ਤੇ ਇਹ ਵੀ ਲੱਗਦਾ ਸੀ ਕਿ ਕੈਪਟਨ ਸਾਹਿਬ ਨੇ ਜਾਣ ਕੇ ਉਹ 2 ਸਾਲ ਖੁੱਲ੍ਹਣ ਨਹੀਂ ਦਿੱਤੀ। ਸੋ ਅਲਟੀਮੇਟਲੀ ਚੰਨੀ ਸਾਹਿਬ ਨੇ ਹਾਈ ਕੋਰਟ 'ਚੋਂ ਕਹਿ ਕੇ ਜਿਹੜੇ ਵਕੀਲ ਸੀ ਉਹਨਾਂ ਨੇ ਜਦੋਂ ਖਲਾਈ, ਉਹ ਖੁੱਲ੍ਹਣ ਦੇ ਵਿੱਚੋਂ ਹੀ ਬਿਕਰਮਜੀਤ ਸਿੰਘ ਮਜੀਠੀਆ ਦਾ ਕੇਸ ਰਜਿਸਟਰ ਹੋਇਆ, ਨਵੀਂ ਸਿੱਟ ਬਣੀ ਜਿਹੜੀ ਉਦੋਂ ਚੰਨੀ ਨੇ ਬਣਾਈ ਸੀ। ਬਟ ਉਹ ਕੇਸ ਵੀ ਕਿਸੇ ਕਿਉਂਕਿ ਉਹਨਾਂ ਨੂੰ ਤਾਂ ਬੇਲ ਮਿਲ ਗਈ, ਉਹਦਾ ਕੁਝ ਜੋ ਜਜਮੈਂਟ ਆਈ ਹੈ। ਦੇਖੋ ਨਿਮਰਤ ਜੀ, ਮੈਂ 2 ਗੱਲਾਂ ਕਹਿਣਾ ਚਾਹੁੰਦਾ ਇਹਦੇ 'ਚ ਵੀ। ਦੇਖੋ ਆਈ ਵਾਂਟ ਟੂ ਬੀ ਵੈਰੀ ਕਲੀਅਰ। ਦੇਖੋ ਗੱਲ ਇਹ ਹੈ ਕਿ ਜਦੋਂ ਕੇਸ ਹਾਈ ਕੋਰਟ ਨੇ ਖੁੱਲ੍ਹਿਆ ਤੇ ਹਾਈ ਕੋਰਟ ਨੇ ਕਿਹਾ ਕਿ ਇਹਨੂੰ ਸਟੱਡੀ ਕਰੋ, ਤੇ ਜੇ ਇਨਵੋਲਵਮੈਂਟ ਹੈ ਤੁਸੀਂ ਕੇਸ ਰਜਿਸਟਰ ਕਰੋ। ਨਵੀਂ ਸਿੱਟ ਬਣ ਗਈ, ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਤੇ ਕੇਸ ਰਜਿਸਟਰ ਕਰਤਾ। ਬਿਕਰਮ ਸਿੰਘ ਮਜੀਠੀਆ ਨੇ, ਨਵੀਂ ਸਿੱਟ ਨੇ ਕਾਫੀ ਕੁਝ ਔਨ ਰਿਕਾਰਡ ਲਿਆਂਦਾ। ਬਿਕਰਮ ਸਿੰਘ ਮਜੀਠੀਆ ਨੇ ਸੈਸ਼ਨ ਕੋਰਟ 'ਚ ਬੇਲ ਲਾਈ, ਰਿਜੈਕਟ ਹੋ ਗਈ। ਹਾਈ ਕੋਰਟ 'ਚ ਬੇਲ ਲਾਈ, ਰਿਜੈਕਟ ਹੋ ਗਈ। ਸੁਪਰੀਮ ਕੋਰਟ 'ਚ ਬੇਲ ਲਾਈ, ਰਿਜੈਕਟ ਹੋ ਗਈ, ਉਸ ਸਿੱਟ ਦੀਆਂ ਫਾਈਂਡਿੰਗਸ ਦੇਖ ਕੇ ਜਿਹੜੀਆਂ ਉਦੋਂ ਬਣਾਈਆਂ ਸੀ ਕਾਂਗਰਸ ਗਵਰਨਮੈਂਟ ਨੇ। ਸੁਪਰੀਮ ਕੋਰਟ ਨੇ ਇੰਨੀ ਰਿਲੀਫ ਦਿੱਤੀ ਕਿ ਤੁਸੀਂ ਇਲੈਕਸ਼ਨ ਲੜ ਲਓ
23 ਜਾਂ 24 ਤਰੀਕ ਨੂੰ ਆਈ ਥਿੰਕ ਤੁਸੀਂ ਜਾ ਕੇ ਪੇਸ਼ ਹੋ ਜਾਓ। ਚਲੋ ਠੀਕ ਹੈ, ਜੋ ਸੁਪਰੀਮ ਕੋਰਟ ਨੇ ਕਹਿ ਤਾ, ਹਾਈਐਸਟ ਕੋਰਟ ਹੈ। ਉਸ ਤੋਂ ਬਾਅਦ ਸਾਹਿਬ ਬਿਕਰਮ ਸਿੰਘ ਮਜੀਠੀਆ 23 ਤਰੀਕ ਨੂੰ ਪੇਸ਼ ਹੋ ਗਏ, ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜਦੋਂ ਜੇਲ੍ਹ ਭੇਜ ਦਿੱਤਾ ਗਿਆ ਤੇ ਗਿਣਤੀ ਹੁੰਦੀ ਹੈ 10 ਤਰੀਕ ਨੂੰ, ਜੇਲ੍ਹ ਚਲੇ ਗਏ ਉਹ। ਬਿਕਰਮ ਸਿੰਘ ਮਜੀਠੀਆ ਨੇ ਇਮੀਡੀਏਟਲੀ ਜਦੋਂ ਉਹਨਾਂ ਨੂੰ ਆਰਡਰ ਹੋਏ ਅਗਲੇ ਦਿਨ ਹੀ ਫਿਰ ਤੋਂ ਬੇਲ ਲਾਈ, ਉਹ ਰਿਜੈਕਟ ਹੋਈ। ਫਿਰ ਬਿਕਰਮ ਸਿੰਘ ਮਜੀਠੀਆ ਨੇ ਥੋੜ੍ਹੇ ਦਿਨਾਂ ਬਾਅਦ ਫਿਰ ਤੋਂ ਬੇਲ ਲਈ ਆਪਣੇ ਵਿੱਚ ਹਾਈ ਕੋਰਟ ਵਿੱਚ, ਉਹ ਰਿਜੈਕਟ ਹੋ ਗਈ। ਫਿਰ ਸਾਹਿਬ ਬਿਕਰਮ ਸਿੰਘ ਮਜੀਠੀਆ ਨੇ ਲਾਈ ਸੁਪਰੀਮ ਕੋਰਟ 'ਚ, ਉਹ ਰਿਜੈਕਟ ਹੋਈ। ਫਿਰ ਇਹਨਾਂ ਨੇ ਕੁਐਸ਼ਿੰਗ ਦਾ ਕੇਸ ਪਾਇਆ ਕਿ ਗਲਤ ਮੇਰੇ ਤੇ ਕੇਸ ਪਾਇਆ ਗਿਆ, ਉਹ ਵੀ ਸੁਪਰੀਮ ਕੋਰਟ ਨੇ ਰਿਜੈਕਟ ਕਰਤਾ। ਉਹਨਾਂ ਨੇ ਕਿਹਾ ਨਹੀਂ, ਨਥਿੰਗ ਡੂਇੰਗ, ਤੁਸੀਂ ਹਾਈ ਕੋਰਟ ਆਪਦੀ ਬੇਲ ਬੁਲ ਜਿਹੜੀ ਬਾਅਦ 'ਚ ਅਪਲਾਈ ਕਰਿਓ। ਇਨ ਦਾ ਮੀਨ ਟਾਈਮ ਆਪ ਦੀ ਸਰਕਾਰ ਬਣ ਗਈ 10 ਤਰੀਕ ਨੂੰ। ਵਾਟ ਹੈਪਨਡ ਇਜ਼, ਦੇਖੋ ਮੈਂ ਤੱਥ ਤੇ ਗੱਲ ਕਰਾਂਗਾ। ਅੱਜ ਮੈਂ ਕੁਦਰਤੀ ਆ ਜਿਹੜਾ ਹਾਈ ਕੋਰਟ ਦੀ ਜੱਜਮੈਂਟ ਹੈ, ਜੇ ਤੁਸੀਂ ਬੇਲ ਦੀ ਗੱਲ ਕਰਦੇ ਹੋ, ਮੈਂ ਨਾਲ ਲੈ ਕੇ ਆਇਆ, ਇਹ ਤੁਸੀਂ ਪੜ੍ਹਿਓ ਧਿਆਨ ਨਾਲ। ਇਹਦੇ ਵਿੱਚ ਐਕਚੁਅਲੀ ਕੀ ਹੈ, ਦੇਖੋ ਅਲਟੀਮੇਟਲੀ 2017 'ਚ ਮੈਂ ਸਿਰਫ ਉਹ ਗੱਲਾਂ ਕਹਾਂਗਾ ਜਿਹੜੀਆਂ ਜਗ ਜ਼ਾਹਿਰ ਹੈ, ਮੈਂ ਇਹੋ ਜਿਹੀ ਕੋਈ ਗੱਲ ਨਹੀਂ। 2017 ਵਿੱਚ ਆਮ ਆਦਮੀ ਪਾਰਟੀ ਨੇ ਜਿਹੜੀ ਆਪਦੀ ਕੈਂਪੇਨ ਚਲਾਈ ਸੀ, ਚਾਹੇ ਸਾਡੀ ਸਰਕਾਰ ਬਣ ਗਈ, ਪਰ ਇਹਨਾਂ ਨੇ ਥਾਂ ਥਾਂ 'ਤੇ ਓਪਨਲੀ ਬੋਰਡ ਲਾਏ ਸੀ ਪੰਜਾਬ ਵਿੱਚ, ਕੇਜਰੀਵਾਲ ਸਾਹਿਬ ਹੋਰਾਂ ਨੇ, ਕਿ ਬਿਕਰਮ ਸਿੰਘ ਮਜੀਠੀਆ ਨਸ਼ੇ ਦਾ ਤਸਕਰ, ਓਪਨਲੀ। ਉਸ ਤੋਂ ਬਾਅਦ ਸਾਹਿਬ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਉਹਨਾਂ ਦੇ ਮਾਨਹਾਨੀ ਦਾ ਕੇਸ ਕਰਤਾ ਸੀ ਕੇਜਰੀਵਾਲ ਸਾਹਿਬ ਨੇ। ਅੱਛਾ, ਉਹ ਇਹਨਾਂ ਦਾ ਰਾਜੀਨਾਮਾ ਹੋ ਗਿਆ। ਰਾਜੀਨਾਮਾ ਹੋਣ ਕਰਕੇ ਉਹ ਕੇਸ ਬਿਕਰਮ ਸਿੰਘ ਮਜੀਠੀਆ ਨੇ ਵਾਪਸ ਲੈ ਲਿਆ। ਉਹਦੇ ਵਿੱਚ ਸੁਖਪਾਲ ਸਿੰਘ ਖਹਿਰੇ ਨੇ ਪਾਰਟੀ ਵੀ ਛੱਡਤੀ ਸੀ, ਉਹ ਜੋ CLP ਦਾ ਰੌਲਾ ਪਿਆ ਉਹ ਸਾਰਿਆਂ ਨੂੰ ਪਤਾ। ਚਲੋ ਹੋ ਗਿਆ, ਗੱਲ ਮੁੱਕ ਗਈ। ਜਦੋਂ ਇਹਨਾਂ ਦੀ ਸਰਕਾਰ ਆ ਗਈ ਫਿਰ ਤਾਂ ਇਹਨਾਂ ਨੇ ਕਰਨਾ ਸੀ। ਦੇਖੋ ਜੀ, ਅਸੀਂ ਵਾਅਦੇ ਕੀਤੇ, ਮੈਂ ਮੰਨ ਲਿਆ ਕਿ ਕਮੀ ਰਹਿ ਗਈ, ਮੈਂ ਤਾਂ ਮੰਨ ਰਿਹਾ, ਪਰ ਇਹਨਾਂ ਨੇ ਵੀ 2017 'ਚ ਵੀ ਬਹੁਤ ਤਕੜੇ ਵਾਅਦੇ ਕੀਤੇ ਸੀ, 2022 'ਚ ਵੀ ਬਹੁਤ ਤਕੜੇ ਵਾਅਦੇ ਕੀਤੇ ਆਮ ਆਦਮੀ ਪਾਰਟੀ ਨੇ। ਇਹਨਾਂ ਨੇ ਕਿਹਾ ਸੀ, ਗਰੰਟੀ ਦਿੱਤੀ ਸੀ ਕਿ ਜਿਹੜਾ ਸਰਕਾਰ ਆਉਂਦੇ ਸਾਰ 5 ਦਿਨਾਂ 'ਚ, 2 ਦਿਨਾਂ 'ਚ, ਕੇਜਰੀਵਾਲ ਸਾਹਿਬ ਨੇ ਕਿਹਾ ਸੀ ਅਸੀਂ ਬਾਈਬਲ ਕਲਾਨ ਆ ਜਿਹੜਾ ਬੇਅਦਬੀ ਵਾਲਾ ਉਹ ਇਸ਼ੂ, ਅਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਆਂਗੇ, ਅਸੀਂ ਇਹਨੂੰ ਸੈਟਲ ਕਰ ਦਿਆਂਗੇ। ਇਹਨਾਂ ਨੇ ਕਿਹਾ ਸੀ ਕਿ ਨਸ਼ੇ ਵਾਲਾ ਵੀ ਅਸੀਂ, ਇਹਨਾਂ ਨੇ ਤਾਂ ਕੁਝ ਨਹੀਂ ਕਰਨਾ, ਕਾਂਗਰਸ ਰਲੀ ਵੀ ਹੈ। ਇਹਨਾਂ ਨੇ ਇੱਕ ਲਫ਼ਜ਼ ਵਰਤਦੇ ਸੀ 75-25, ਕਿ ਰਲੇ ਵੀ ਇਹਨੇ ਕੁਝ ਨਹੀਂ ਕਰਨਾ, ਅਸੀਂ ਆਉਂਦੇ ਸਾਰ। ਉਹ ਤੁਹਾਡੀ ਪਾਰਟੀ ਤੋਂ ਸ਼ੁਰੂ ਹੋਇਆ ਸੀ? ਚਲੋ ਸਾਡੇ ਤੋਂ ਸ਼ੁਰੂ ਹੋ ਗਿਆ, ਸਾਡੇ ਵੀ ਸ਼ੁਭਚਿੰਤਕ ਬੜੇ ਸੀ ਪਾਰਟੀ 'ਚ। ਸੋ ਉਹ ਇਹਨਾਂ ਨੇ ਉਹ ਚਲੋ ਉਹ ਕਰਤਾ। ਅਲਟੀਮੇਟਲੀ ਜਦੋਂ ਇਹਨਾਂ ਦੀ ਸਰਕਾਰ ਬਣ ਗਈ, ਦੇਖੋ ਇਹ ਬੜੀ ਸਿੱਧੀ ਗੱਲ ਹੈ। ਅੱਜ ਮੈਂ ਕਿਸੇ ਨਾਲ ਰਾਜੀਨਾਮਾ ਕਰਦਾ, ਜਿਵੇਂ ਕੈਪਟਨ ਸਾਹਿਬ ਨੇ ਰਾਜੀਨਾਮਾ ਕਰ ਲਿਆ ਤੋਂ ਥੱਲੇ ਲੱਗ ਕੇ, ਅਖੀਰ ਤੱਕ ਕੈਪਟਨ ਸਾਹਿਬ ਉਹ ਨਿਭਾਉਂਦੇ ਰਹੇ ਰਾਜੀਨਾਮਾ ਉਸ ਗੱਲ 'ਤੇ। ਜਦੋਂ ਕੇਜਰੀਵਾਲ ਸਾਹਿਬ ਨੇ ਮਿਹਨਤ ਕੱਢ ਕੇ ਬਿਕਰਮ ਸਿੰਘ ਮਜੀਠੀਆ ਤੋਂ ਰਾਜੀਨਾਮਾ ਕੀਤਾ ਸੀਗਾ, ਉਦੋਂ ਠੀਕ ਹੈ, ਹੁਣ ਬਿਕਰਮ ਸਿੰਘ ਮਜੀਠੀਆ ਦਾ ਸਮਾਂ ਸੀਗਾ। ਸੋ ਇਹਨਾਂ ਨੇ ਜਿਹੜੀ ਆਪ ਸਰਕਾਰ ਹੈ, ਇਹਨਾਂ ਨੇ ਜਿਹੜੀ ਪੁਰਾਣੀ ਸਿੱਟ ਬਣੀ ਸੀ ਉਹ ਟੋਟਲੀ ਡਿਸਮੈਂਟਲ ਕਰਤੀ। ਇਹਨਾਂ ਨੇ ਆਪਦੀ ਨਵੀਂ ਸਿੱਟ ਬਣਾਤੀ ਸਰ ਬਿਕਰਮ ਸਿੰਘ ਮਜੀਠੀਆ ਦੇ ਕੇਸ 'ਚ। ਠੀਕ ਹੈ, ਦੇ ਹੈਵ ਦਾ ਰਾਈਟ, ਠੀਕ ਹੈ। ਅਲਟੀਮੇਟਲੀ 3 ਮਹੀਨਿਆਂ ਬਾਅਦ ਜਦੋਂ ਬੇਲ ਲੱਗੀ ਆ ਪਈ ਹੈ ਬੇਲ ਦੀ ਜਿਹੜੀ ਤੁਸੀਂ ਆ ਲਓ, ਜਦੋਂ ਬੇਲ ਲੱਗੀ ਇਹਦੇ ਵਿੱਚ ਜੱਜ ਨੇ ਬੜੀ ਕਲੀਅਰਲੀ ਲਿਖਿਆ ਕਿ ਤੁਸੀਂ ਕੀਤਾ ਕੀ ਹੈ 3 ਮਹੀਨਿਆਂ 'ਚ, ਜਿਹੜੀ ਨਵੀਂ ਸਿੱਟ ਬਣੀ ਤੁਸੀਂ ਕੁਝ ਵੀ ਨਹੀਂ ਕੀਤਾ, ਤੇ ਕਿਉਂ ਨਾ ਮੈਂ ਬੇਲ ਦੇਵਾਂ। ਸੋ ਅਲਟੀਮੇਟਲੀ ਜਿਹੜੀ ਨਵੀਂ ਸਿੱਟ ਬਣੀ ਸੀਗੀ, ਮੈਂ ਸਮਝਦਾ ਉਹਨੂੰ ਇਹੀ ਸੀਗਾ ਕਿ ਯਾਰ ਕਿਵੇਂ ਨਾ ਕਿਵੇਂ ਅੱਗੇ ਬਿਕਰਮ ਸਿੰਘ ਮਜੀਠੀਆ ਨੇ ਆਪਦੀ ਗੱਲ ਨਿਭਾਈ ਹੈ, ਹੁਣ ਭਾਈ ਆਪਾਂ ਇਹਦਾ ਫਾਇਦਾ ਕਰਨਾ ਤੇ ਆਪਾਂ ਇਹਨੂੰ ਬਾਹਰ ਕਢਾਉਣਾ। ਸੋ ਇਸ ਕਰਕੇ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਹੁਣ ਤਾਂ ਕਲੀਅਰ ਹੀ ਹੈ, ਹੁਣ ਤਾਂ ਜ਼ਿੰਮੇਵਾਰੀ ਇਹਨਾਂ ਦੀ ਸੀ, ਇਹਨਾਂ ਦੀ ਸਿੱਟ ਨੇ ਇੰਟਰੋਗੇਸ਼ਨ ਕਰਨੀ ਸੀ ਸਭ ਕੁਝ। ਸੋ ਇਹਨਾਂ ਦੀ ਸਿੱਟ ਨੇ ਔਨ ਫਾਈਲ ਸਭ ਕੁਝ ਲੈ ਕੇ ਆਉਣਾ ਸੀ। ਜੇ ਫਾਈਲ ਤੇ ਕੁਝ ਲੈ ਕੇ ਹੀ ਨਹੀਂ ਆਉਂਗੇ, ਜੱਜ ਸਾਹਿਬ ਕੁਝ ਲਿਖ ਰਿਹਾ ਕਲੀਅਰਲੀ ਕਿ ਸਟੇਟ ਇਜ਼ ਸਟਿਲ ਅਟੈਂਪਟਿੰਗ ਟੂ ਕਲੈਕਟ ਇਨਫੋਰਮੇਸ਼ਨ। ਹਾਂ, ਸੋ ਜਦੋਂ ਸਟੇਟ ਇਹ ਕਹਿ ਰਹੀ ਹੈ ਕਿ ਜੀ ਅਸੀਂ ਤਾਂ ਜੇ ਅਟੈਂਪਟ ਹੀ ਕਰ ਰਹੇ ਹਾਂ, ਅਸੀਂ ਤਾਂ ਜੇ ਕੋਸ਼ਿਸ਼ ਕਰ ਰਹੇ ਹਾਂ ਇਨਫੋਰਮੇਸ਼ਨ ਲੈਣ ਦੀ, ਫਿਰ ਜੱਜ ਕਿਸ ਗੱਲ 'ਚ ਬੇਲ ਡਿਨਾਈ ਕਰੇ ਜੀ। ਸੋ ਇਸ ਕਰਕੇ ਮੇਰੀ ਇਹ ਰਿਕੁਐਸਟ ਹੈ ਕਿ ਮੈਂ ਇਹਦੇ ਬਾਰੇ ਸਿਰਫ ਇੰਨੀ ਗੱਲ ਕਹਿਣਾ ਚਾਹਾਂਗਾ ਕਿ ਇਟ ਇਜ਼ ਅ ਟੋਟਲ ਫਿਕਸਡ ਮੈਚ। ਪਹਿਲਾਂ ਉਹਨੇ ਆਸਾਨ ਕਰਤਾ, ਫਿਰ ਉਹਨਾਂ ਨੇ ਆਸਾਨ ਕਰਤਾ, ਟੋਟਲੀ ਫਿਕਸਡ ਮੈਚ। ਸੋ ਚਲੋ ਠੀਕ ਹੈ, ਤੁਸੀਂ ਬੜੇ ਫਿਕਸਡ ਮੈਚ ਖੇਡਦੇ ਹੋਏ ਦੇਖੇ ਨੇ, ਸੋ ਤੁਹਾਨੂੰ ਲੱਗਦਾ ਕਿ ਇਹ ਵੀ ਫਿਕਸਡ ਮੈਚ ਹੈਗਾ। ਬਟ ਇੱਕ ਪਾਸੇ ਤੁਸੀਂ CM ਤਾਂ ਬੈਠੇ ਨੇ, ਤੁਹਾਡੇ ਪੁਰਾਣੇ ਮਿੱਤਰ ਨੇ PPP ਦੇ, ਤੁਹਾਨੂੰ ਲੱਗਦਾ ਕਿ ਉਹ ਸਿੱਟ ਨੂੰ ਕੰਮ ਨਹੀਂ ਕਰਨ ਦੇਣਗੇ? ਦੇਖੋ ਮੈਨੂੰ ਨਹੀਂ ਪਤਾ ਕਿ ਇਸ ਗੱਲ ਵਿੱਚ CM ਸਾਹਿਬ ਦਾ ਕਿੰਨਾ ਕੁ ਰੋਲ ਹੋਏਗਾ ਜਾਂ ਕਿੰਨਾ ਕੁ ਵਸ ਹੋਏਗਾ, ਜਿਹੜੀ ਗੱਲ ਮੈਨੂੰ ਪਤਾ ਨਹੀਂ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ,
ਜੇ ਤੁਹਾਡੇ ਸੀਐਮ ਆਉਣ ਦੀ ਗੱਲ ਤਾਂ ਤੁਸੀਂ ਕਹਿੰਦੇ ਹੋ ਕਿ ਸੀਐਮ ਇਜ਼ ਆਲ ਪਾਵਰਫੁਲ, ਸੀਐਮ ਤਾਂ ਵੱਡਾ ਕੋਈ ਨਹੀਂ ਹੈ। ਸੀਐਮ ਸਾਹਿਬ ਆਬਵੀਅਸਲੀ ਇਨ ਡੈਮੋਕ੍ਰੇਸੀ ਸੀਐਮ ਇਜ਼ ਆਲ ਪਾਵਰਫੁਲ। ਪਰ ਮੇਰੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਦੇਖੋ ਬੜੀ ਮੈਂ ਕਲੀਅਰਲੀ ਗੱਲ ਕਹਿਣਾ ਚਾਹੁੰਦਾ ਕਿ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜਿੰਨਾ ਅਸੀਂ ਕਹਿੰਦੇ ਰਹੇ ਹਾਂ ਸਟੇਜਾਂ ਤੇ, ਸਾਡੇ ਤੋਂ ਵੱਧ ਸੀਐਮ ਸਾਹਿਬ ਵੀ ਕਹਿੰਦੇ ਰਹੇ। ਦੇਖੋ ਸਾਹਿਬ ਭਗਵੰਤ ਸਿੰਘ ਮਾਨ ਦੀਆਂ ਵੀ ਜਿੰਨੀਆਂ ਸਪੀਚਾਂ ਪਿਛਲੇ 7-8 ਸਾਲਾਂ ਤੋਂ ਤੁਸੀਂ ਸਾਹਿਬ ਮਾਨ ਸਾਹਿਬ ਦੀਆਂ ਸਪੀਚਾਂ ਸੁਣੋ, ਉਹੀ ਕੁਛ ਜੋ ਅਸੀਂ ਕਹਿੰਦੇ ਰਹੇ ਸਾਡੇ ਨਾਲੋਂ ਵੱਧ ਮਾਨ ਸਾਹਿਬ ਕਹਿੰਦੇ ਰਹੇ। ਸੋ ਮੈਂ ਸਮਝਦਾ ਇਹ ਗੱਲ ਜ਼ਰੂਰ ਦੇਖੋ, ਇੱਕ ਮੇਰੀ ਗੱਲ, ਇਹ ਰਾਜੀਨਾਮਾ ਮੈਂ ਨਹੀਂ ਕਹਿ ਸਕਦਾ, ਇਹ ਰਾਜੀਨਾਮਾ ਦੇਖੋ ਉਦੋਂ ਤਾਂ ਕੇਜਰੀਵਾਲ ਸਾਹਿਬ ਤੇ ਆਸਾਨ ਕੀਤਾ ਮਜੀਠੀਆ ਸਾਹਿਬ ਨੇ, ਹੁਣ ਇਹ ਪਤਾ ਨਹੀਂ ਸੀਐਮ ਸਾਹਿਬ ਜਾਂ ਕੇਜਰੀਵਾਲ ਸਾਹਿਬ ਕਿਨੇ, ਪਰ ਦਿਸ ਇਜ਼ ਵਾਟ ਦ ਫੈਕਟ ਇਜ਼ ਤੁਹਾਡੇ ਸਾਹਮਣੇ। ਜਦੋਂ ਜੱਜ ਕਹਿ ਰਿਹਾ ਕਿ ਨਵੀਂ ਸਿੱਟ ਬਣੀ ਹੈ, ਕਿਉਂਕਿ ਇਹ 10 ਤਰੀਕ ਦੀ ਜਜਮੈਂਟ ਹੈ, ਅੱਜ ਅਸੀਂ 10 ਅਗਸਤ ਦੀ ਜਜਮੈਂਟ ਹੈ, ਅੱਜ ਅਸੀਂ ਸਤੰਬਰ 'ਚ ਪਹੁੰਚ ਗਏ ਹਾਂ। 1 ਮਹੀਨਾ ਆਪੋਜੀਸ਼ਨ ਕਿੱਥੇ ਸੀਗੀ ਕਾਹਦੇ ਵਾਸਤੇ ਇਸ ਮੁੱਦੇ ਤੇ? ਮਤਲਬ ਆਮ ਜਸਟ ਸੇਇੰਗ ਕਿ ਅਸੀਂ ਅੱਜ ਦੇ ਬਾਰੇ ਗੱਲ ਕਰ ਰਹੇ ਹਾਂ। ਅੱਜ ਪੰਜਾਬ ਦੀ ਜੋ ਸਿਆਸਤ ਹੈਗੀ ਹੈ, ਜਾਂ ਤੇ ਸਾਨੂੰ ਜੇਲ੍ਹਾਂ ਵਿੱਚ ਮਿਲ ਰਹੀ ਹੈ ਜਾਂ ਅਮਰੀਕਾ ਮਿਲ ਰਹੀ ਹੈ, ਘੱਟ ਹੀ ਰਹਿ ਗਏ ਨੇ ਜਿਹੜਾ ਵਿਰੋਧ ਕਰ ਰਿਹਾ। ਮੁੱਦਾ ਅੱਜ ਕਿਤੇ ਹੋਰ ਅਸੀਂ ਇਸ ਦੀ ਗੱਲ ਕਰ ਰਹੇ ਹਾਂ। ਦੇਖੋ ਮੈਂ ਜੇ ਆਪੋਜੀਸ਼ਨ, ਬਿਕੋਜ਼ ਅਸੀਂ ਸੈਂਟਰ ਦੀ ਵੀ ਗਈ ਉਹ ਗੱਲ ਕਰਦੇ ਹਾਂ ਕਿ ਕਿਉਂ ਆਪੋਜੀਸ਼ਨ ਸਟਰੋਂਗ ਹੋਣੀ ਚਾਹੀਦੀ ਹੈ, ਤੇ ਪੰਜਾਬ ਵਿੱਚ ਆਪੋਜੀਸ਼ਨ ਮੈਂ ਇਹ ਮੁੱਦਾ ਹੈਗਾ ਚਲੋ ਮੰਨਿਆ, ਬਟ ਆਪੋਜੀਸ਼ਨ ਸਟਰੋਂਗ ਕਿਉਂ ਨਹੀਂ ਹੈਗੀ? ਦੇਖੋ ਮੈਂ ਅੱਜ ਇਹ ਗੱਲ ਤਾਂ ਕਹਿ ਰਿਹਾ, ਦੇਖੋ ਐਕਚੁਅਲੀ ਅਸੀਂ ਸਾਰਿਆਂ ਨੇ ਮਨ ਬਣਾਇਆ ਸੀ ਕਿ ਬਹੁਤ ਵੱਡੇ ਮੈਂਡੇਟ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ, ਬਹੁਤ ਵੱਡੇ ਮੈਂਡੇਟ ਨਾਲ ਸਰਕਾਰ। ਸਾਡੇ 'ਚ ਕਮੀਆਂ ਰਹੀਆਂ, ਲੋਕਾਂ ਨੇ ਸਾਨੂੰ ਸਜ਼ਾ ਦਿੱਤੀ। ਸਾਨੂੰ ਲੋਕਾਂ ਦਾ ਮੈਂਡੇਟ ਰਿਸਪੈਕਟ ਕਰਨਾ ਚਾਹੀਦਾ, ਘੱਟੋ ਘੱਟ 7-8 ਮਹੀਨੇ ਸਾਲ ਸਾਨੂੰ ਇਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ। ਦੇਖੋ ਬੜੀ ਗੱਲ, ਪਰ ਅਲਟੀਮੇਟਲੀ ਵਾਟ ਆਮ ਟ੍ਰਾਈਂਗ ਟੂ ਟੈਲ ਯੂ, ਅੱਜ ਮੈਂ ਗੱਲ ਤਾਂ ਕਹਿ ਰਿਹਾ, ਸਾਹਿਬ ਬਿਕਰਮ ਸਿੰਘ ਮਜੀਠੀਆ ਜਿੱਥੇ ਜਾਂਦੇ ਆ ਇਹ ਗੱਲ ਕਹਿੰਦੇ ਆ ਕਿ ਜੀ ਚੰਨੀ ਨੇ ਮੇਰੇ ਤੇ ਗਲਤ ਕੇਸ ਬਣਾਇਆ, ਠੀਕ ਹੈ, ਛੱਲਾ ਕਿੱਥੇ ਗਿਆ ਉਹ ਸਮਥਿੰਗ ਉਹ ਗੱਲ ਕਹਿੰਦੇ। ਦੇਖੋ ਗੱਲ ਇਹ ਹੈ, ਚੰਨੀ ਨੇ ਜਾਂ ਕਾਂਗਰਸ ਸਰਕਾਰ ਨੇ ਜਿਹੜਾ ਕੇਸ ਬਣਾਇਆ ਸੀ, ਉਨੀ ਦੇਰ ਨਾ ਕਿਸੇ ਸੁਪਰੀਮ ਕੋਰਟ ਨੇ ਤੇ ਨਾ ਕਿਸੇ ਹਾਈ ਕੋਰਟ ਨੇ ਨਾ ਬੇਲ ਦਿੱਤੀ ਤੇ ਨਾ ਹੀ ਕੋਈ ਰਿਲੀਫ ਦਿੱਤੀ। ਦੇਖੋ ਜਿਹੜੀ ਔਨ ਫੈਕਟ ਮੈਂ ਗੱਲ ਕਰਨਾ ਚਾਹੁੰਦਾ, ਠੀਕ ਹੈ, ਜਿਹੜੀ ਰਿਲੀਫ ਮਿਲੀ ਹੈ, ਜਿਹੜੀ ਬੇਲ ਮਿਲੀ ਹੈ, ਹੁਣ ਆ ਕੇ ਮਿਲੀ ਹੈ, ਜਦੋਂ ਉਹ ਪੁਰਾਣੀ ਸਿਟ ਡਿਸਮੈਂਟਲ ਹੋ ਕੇ ਨਵੀਂ ਬਣ ਗਈ। ਸੋ ਮਾਈ ਕੁਐਸਚਨ ਇਜ਼, ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵਾਈ ਇਜ਼ ਇਟ, ਮੈਂ ਅਜੇ ਵੀ ਮੈਂ ਆਪ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਵਾਈ ਇਜ਼ ਇਹੋ ਜਿਹੀ ਜੱਜਮੈਂਟ ਜੱਜ ਦੀ ਲਿਖਣੀ ਕਿ ਤੁਸੀਂ ਕੁਝ ਕੀਤਾ ਹੀ ਨਹੀਂ, ਸਰਕਾਰ ਦਾ ਕਹਿਣਾ ਕਿ ਅਸੀਂ ਅੱਜ ਕੋਸ਼ਿਸ਼ ਕਰ ਰਹੇ ਹਾਂ। ਸੋ ਦੇਖੋ ਜੇ ਅਸੀਂ ਬੋਲਦੇ ਰਹੇ ਸਟੇਜਾਂ ਤੇ ਬੋਲਦੀ ਤਾਂ ਆਮ ਆਦਮੀ ਪਾਰਟੀ ਵੀ ਰਹੀ ਹੈ ਨਾ ਸਟੇਜਾਂ ਤੇ, ਸਾਡੇ ਤੋਂ ਵੱਧ ਰਹੀ ਹੈ, ਸਾਡੇ ਤੋਂ ਵੱਧ ਇਹਨਾਂ ਨੇ। ਸੋ ਦੇਖੋ ਕਈ ਗੱਲਾਂ ਜੇ ਸਿਆਸਤ ਤੋਂ ਅਸੀਂ ਆਈ ਥਿੰਕ ਹੁਣ ਜੇ ਮੈਂ ਲੋਕਾਂ ਦੀ ਗੱਲ ਕਰਾਂ, ਸਾਰੇ ਨਿਰਾਸ਼ ਹੋ ਗਏ ਨੇ ਕਿ ਵੀ ਇਹਨਾਂ ਤੋਂ ਆਸ ਨਹੀਂ ਰੱਖੀ ਜਾ ਸਕਦੀ। ਇਹ ਕਿੱਦਾਂ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਨੂੰ ਸਿੱਟ ਵਿੱਚ ਬੁਲਾ ਰਹੀ ਹੈ, ਉਹਨਾਂ ਤੇ ਬੇਬਲ ਗੋਲੀ ਕਾਂਡ ਦਾ ਕੇਸ ਅੱਗੇ ਵਧਾ ਰਹੀ ਹੈ, ਦੂਜੇ ਪਾਸੇ ਮਜੀਠੀਆ ਸਾਹਿਬ ਨੂੰ ਛੱਡ ਰਹੀ ਹੈ। ਇਹ ਕਿਸ ਤਰ੍ਹਾਂ ਸਮਝੌਤਾ ਹੋ ਸਕਦਾ ਹੈਗਾ? ਦੇਖੋ ਮੇਰੀ ਇੱਕ ਰਿਕੁਐਸਟ ਹੈ, ਸਮਝੌਤਾ ਹੋਇਆ ਸੀ ਕੇਜਰੀਵਾਲ ਸੇ ਬਿਕਰਮ ਸਿੰਘ ਮਜੀਠੀਆ ਤੇ, ਉਹਨਾਂ ਨੇ ਕੋਰਟ ਕੇਸ 'ਚ ਉਹਨਾਂ ਨੂੰ ਰਿਲੀਫ ਦਿੱਤੀ ਸੀ, ਉਹਨਾਂ ਨੇ ਸ਼ਾਇਦ ਉਹਨਾਂ ਨੂੰ ਦੇਤੀ। ਜਿਹੜੀ ਗੱਲ ਹੈ ਦੇਖੋ ਗੁਰੂ ਗ੍ਰੰਥ ਸਾਹਿਬ ਦੀ, ਮੈਂ ਸਮਝਦਾ ਕਿ ਮਾਨ ਸਾਹਿਬ ਨੇ ਵੀ ਵਾਅਦੇ ਕੀਤੇ ਹੋਏ ਹੈ, ਤੇ ਸੀ ਗੱਲ ਇਹ ਨਹੀਂ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਅੱਜ ਮਜਬੂਰੀ ਹੈ, ਅੱਜ ਮੈਂ ਨਹੀਂ ਕਹਿ ਰਿਹਾ, ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕਾਫੀ ਜਿਹੜੇ ਲੀਡਰ ਹੈ, ਕੁਝ ਓਪਨਲੀ ਆਵਾਜ਼ 'ਚ ਕਹਿ ਰਹੇ ਹੈ, ਕੁਝ ਦਬੀ ਆਵਾਜ਼ 'ਚ ਕਹਿ ਰਹੇ, ਡਰਾਇੰਗ ਰੂਮਾਂ 'ਚ ਕਹਿ ਰਹੇ ਹੈ ਕਿ ਇਟ ਇਜ਼ ਟਾਈਮ ਫॉर ਸੁਖਬੀਰ ਸਿੰਘ ਬਾਦਲ ਟੂ ਗੋ। ਠੀਕ ਹੈ, ਕਿਉਂ ਕਹਿ ਰਹੇ ਹੈ ਕਿ ਉਹ ਸਮਝ ਰਹੇ ਹੈ ਕਿ ਇਹ ਸਰਵ ਕਰਨਾ ਕਰਕੇ ਸਾਨੂੰ ਲੋਕ ਪਨਿਸ਼ ਕਰ ਰਹੇ ਹੈ ਵਾਰੀ, ਪਰ ਮਜਬੂਰੀ ਹੈ ਕਿਉਂਕਿ ਇੰਨੇ ਲੰਬੇ ਰਾਹ 'ਚ ਇਹਨਾਂ ਨੇ ਅਕਾਲੀ ਦਲ ਦੇ ਕਾਫੀ ਲੀਡਰਾਂ ਤੇ ਜਾਤੀ ਸਹਾਨ ਕੀਤੇ ਹੈ, ਉਹਨਾਂ ਦੇ ਬੱਚਿਆਂ ਤੇ ਜਾਤੀ ਸਹਾਨ ਕੀਤੇ ਹੈ। ਉਹ ਵਿਚਾਰੇ ਇਹਨਾਂ ਦੇ ਸਾਹਮਣੇ ਆ ਕੇ ਅੱਖ ਨਹੀਂ ਚੱਕ ਸਕਦੇ, ਉਹਨਾਂ ਨੂੰ ਤਾਂ ਇਹਨਾਂ ਮਗਰ ਹੱਥ ਚੱਕਣਾ ਹੀ ਪੈਂਦਾ। ਚਲੋ ਸਾਨੂੰ ਕੋਈ ਪ੍ਰੋਬਲਮ ਨਹੀਂ, ਇਹਨਾਂ ਦੀ ਪਾਰਟੀ ਦਾ ਮਸਲਾ ਹੈ ਸਾਡੇ ਨਾਲ, ਇਹਦੇ ਨਾਲ ਇਹਨਾਂ ਕੋਈ ਲੈਣਾ ਨਹੀਂ। ਪਰ ਮੈਂ ਤਾਂ ਸਿਰਫ ਇੰਨੀ ਗੱਲ ਕਹਿਣਾ ਚਾਹ ਰਿਹਾ ਕਿ ਦੇਖੋ ਗੱਲ ਇਹ ਨਹੀਂ, ਇਕੱਲਾ ਇਹ ਮੁੱਦਾ ਨਹੀਂ ਹੈ, ਤੁਸੀਂ ਦੇਖੋ ਕਿਸਾਨੀ ਮੁੱਦਾ ਹੈ। ਮੈਂ ਗੱਲ ਇਹ ਕਹਿ ਰਿਹਾ ਕਿ ਆਪਾਂ ਗੱਲ ਕਰ ਰਹੇ ਸੀ ਕਿ ਖੇਤਰੀ ਪਾਰਟੀ ਅਕਾਲੀ ਦਲ, ਠੀਕ ਹੈ, ਅਕਸਰ ਅਕਾਲੀ ਦਲ ਦੀ ਇੱਕ ਜ਼ਿੰਮੇਵਾਰੀ ਹੈ, ਜਦੋਂ ਬਣਿਆ ਸੀ ਅਸੀਂ ਵੀ ਅਕਾਲੀ ਦਲ 'ਚ ਰਹੇ ਹਾਂ,
ਸਾਡੇ ਪਰਿਵਾਰ ਕੱਟੜ ਅਕਾਲੀ ਸੀਗੇ, ਸਾਡੀ ਬੜੀ ਕੰਟਰੀਬਿਊਸ਼ਨ ਸਾਡੇ ਫੈਮਿਲੀ ਦੀ ਰਹੀ ਹੈ। ਚਲੋ ਕਿਸੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਜਿਹੜੀ ਇੰਨੀ ਗੌਰਵਮਈ ਇਤਿਹਾਸ ਵਾਲੀ ਪਾਰਟੀ ਹੈ, ਇੰਨੀ ਕੁਰਬਾਨੀਆਂ ਵਾਲੀ ਪਾਰਟੀ ਹੈ, ਅੱਜ ਉਹਦੀ ਆਵਾਜ਼ ਕਿੱਧਰ ਨੂੰ ਜਾ ਰਹੀ ਹੈ। ਕਿਸਾਨੀ ਦੇਖੋ, ਕਿਸਾਨੀ ਮੁੱਖ ਕਿੱਤਾ ਹੈ ਪੰਜਾਬ ਦੇ ਲੋਕਾਂ ਦਾ, ਐਗਰੀਕਲਚਰ ਮੇਨ ਕਿੱਤਾ। ਐਗਰੀਕਲਚਰ ਤੇ ਬੜਾ ਵੱਡਾ ਕਸ਼ਟ ਆਇਆ ਉਦੋਂ ਬੀਜੇਪੀ ਨੇ ਲੈ ਕੇ ਆਂਦਾ, ਸਾਰਿਆਂ ਨੇ ਲੜਾਈ ਲੜੀ, ਠੀਕ ਹੈ। 7-8 ਮਹੀਨੇ ਸੁਖਬੀਰ ਸਿੰਘ ਜੀ ਤੇ ਬੀਬਾ ਹਰਸਿਮਰਤ ਜੀ ਦੋਨੋਂ ਜਣੇ ਉਹਨਾਂ ਲਾਜ਼ ਨੂੰ ਡਿਫੈਂਡ ਕਰਦੇ ਰਹੇ। ਓਪਨਲੀ ਉਹ ਸਭ ਮੀਡੀਆ ਤੇ ਆਇਆ, ਉਹ ਦੱਸਣ ਦੀ ਲੋੜ ਨਹੀਂ ਹੈ, ਡਿਫੈਂਡ ਕਰਦੇ ਨੇ। ਜਦੋਂ ਦੇਖ ਲਿਆ ਕਿ ਜਮਾਂ ਪਾਣੀ ਸਿਰ ਦੇ ਉੱਤੋਂ ਲੰਘਦਾ ਕਿ ਮਜਬੂਰੀ ਤੌਰ ਤੇ ਅਸਤੀਫਾ ਦੇਣਾ ਪਿਆ। ਹੁਣ ਕੀ ਬਦਲ ਗਿਆ, ਹੁਣ ਦਵਾ ਦਵ ਪ੍ਰੈਜ਼ੀਡੈਂਟ ਦੀ ਵੋਟ ਉਹਨਾਂ ਨੂੰ ਪਾਤੀ। ਇਹਦੇ ਨਾਲ ਤਾਂ ਅਯਾਲੀ ਵਾਂਗੂ ਅਬਸਟੇਨ ਹੀ ਕਰ ਜਾਂਦੇ। 2 ਵੋਟ ਇੱਕ ਅਯਾਲੀ ਦੀ ਸੀ, 2-3 ਹੋਰ ਸੀ ਇਹਨਾਂ ਦੀਆਂ ਵੋਟਾਂ। ਇਹ ਤਾਂ ਹੈ ਨਹੀਂ ਸੀ ਕਿ 100 ਵੋਟ ਸੀਗੇ, ਸਾਰਾ ਇਲੈਕਟਰਲ ਬੈਲੈਂਸ ਇਹਨਾਂ ਨੇ ਹਿਲਾ ਦੇਣਾ ਸੀ। 2-3 ਵੋਟਾਂ ਹੀ ਸੀ ਨਾ, ਜੇ ਅਬਸਟੇਨ ਵੀ ਹੋ ਜਾਂਦੇ ਨਾ ਤਾਂ ਉਹਨਾਂ ਜਿੱਤ ਹਾਰ ਹੋਣੀ ਸੀ। ਗੱਲ ਪੰਜਾਬ ਦੇ ਮੁੱਦੇ ਦੀ ਹੈ, ਗੱਲ ਪੰਜਾਬੀਅਤ ਦੀ ਹੈ। ਜੇ ਪਰ ਉਹ ਤਾਂ ਹਾਰੇ ਹੋਏ ਲੋਕਾਂ ਵੱਲੋਂ ਨਕਾਰੇ ਗਏ ਹੋਏ। ਇਸ ਟਾਈਮ ਅਕਾਲੀ ਦਲ ਦਾ ਕੋਈ ਸੇ ਨਹੀਂ ਹੈ। ਅੱਜ ਜਿੰਨੀ ਵੀ ਸੇ ਹੈਗੀ ਹੈ ਆਪ ਪਾਰਟੀ ਦੀ ਹੈ। ਤੁਹਾਨੂੰ ਭਗਵੰਤ ਮਾਨ ਦੀ ਕਾਰਗੁਜ਼ਾਰੀ ਕਿਹੋ ਜਿਹੀ ਲੱਗ ਰਹੀ ਹੈ ਮੁੱਖ ਮੰਤਰੀ ਦੇ ਬਤੌਰੇ? ਉਹਨਾਂ ਦੇ ਹੁਣ ਆਲਮੋਸਟ 6 ਮਹੀਨੇ ਹੋਣ ਵਾਲੇ ਹੈ, ਤੁਸੀਂ ਕੀ ਕਹਿੰਦੇ ਹੋ? ਮੈਂ ਸਮਝਦਾ ਅਜੇ ਤਾਂ ਮਾਨ ਸਾਹਿਬ ਸਮਝ ਰਹੇ ਹੈ ਸਭ ਕੁਝ, ਅਜੇ ਬਹੁਤ ਕੁਝ ਕਰਨਾ ਬਾਕੀ ਹੈ, ਅਜੇ ਬਹੁਤ ਕੁਝ ਕਰਨਾ ਬਾਕੀ ਹੈ, ਕਿਉਂਕਿ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਪੰਜਾਬ ਨਾਲ ਕੀਤੇ ਹੈ। ਆਮ ਆਦਮੀ ਪਾਰਟੀ ਨੇ, ਮਾਨ ਸਾਹਿਬ ਨੇ, ਕੇਜਰੀਵਾਲ ਸਾਹਿਬ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਹੈ। ਸੋ ਲੋਕਾਂ ਦੀਆਂ ਜਿਹੜੀਆਂ ਐਕਸਪੈਕਟੇਸ਼ਨਸ ਹੈ ਇਹਨਾਂ ਨੇ ਬਹੁਤ ਰਾਈਜ਼ ਕਰ ਦਿੱਤੀਆਂ। ਸੋ ਮੈਂ ਸਮਝਦਾ ਕਿ ਦੇ ਵਿਲ ਹੈਵ ਟੂ ਲਿਵ ਅਪ ਟੂ ਦੋਜ਼ ਐਕਸਪੈਕਟੇਸ਼ਨ। ਸੋ ਅਜੇ ਤਾਂ ਉਹ ਸਮਝ ਰਹੇ ਹੈ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਦੇਖੋ, ਗੱਲ ਇਹ ਹੈ ਕਿ ਹਰੇਕ ਗੱਲ ਨੂੰ ਜਦੋਂ ਅਸੀਂ ਮੀਡੀਆ ਟ੍ਰਾਇਲ ਬਣਾ ਦਿੰਦੇ ਹਾਂ ਨਾ, ਉਹ ਕਈ ਵਾਰੀ ਨੁਕਸਾਨ ਕਰਦੀ। ਇਹ ਜਿਹੜੀ ਇੰਨੀ ਪੇਸ਼ੈਂਸ ਦਿਖ ਰਹੀ ਹੈ ਜੀ ਕਿ ਵੀ ਮਾਨ ਸਾਹਿਬ ਅਜੇ ਸਮਝ ਰਹੇ ਨੇ, ਕਰ ਰਹੇ ਨੇ, ਇਸ ਕਰਕੇ ਤੇ ਨਹੀਂ ਕਿ ਹੁਣ ਜੋ ਜ਼ਿਆਦਾ ਬੋਲਦਾ ਉਹਦੇ ਖਿਲਾਫ ਪਰਚਾ ਹੋ ਜਾਂਦਾ ਹੈਗਾ, ਦੇਖੋ ਈਡੀ ਆ ਜਾਂਦੀ ਹੈਗੀ ਹੈ। ਇੱਕ ਮੇਰੀ ਰਿਕੁਐਸਟ ਹੈ, ਨਹੀਂ ਇਹੋ ਜਿਹੀ ਗੱਲ ਨਹੀਂ ਹੈ। ਚਲੋ ਇਹ ਵੀ ਦੌਰ ਚੱਲ ਰਿਹਾ, ਇਹ ਵੀ ਦੌਰ ਚੱਲ ਰਿਹਾ, ਇਹ ਵੀ ਦੌਰ ਚੱਲ ਰਿਹਾ, ਪੰਜਾਬ 'ਚ ਵੀ ਚੱਲ ਰਿਹਾ, ਦਿੱਲੀ 'ਚ ਵੀ ਚੱਲ ਰਿਹਾ, ਬੀਜੇਪੀ ਵੀ ਚਲਾ ਰਹੀ ਹੈ। ਜਿਹੜਾ ਸੱਤਾ ਵਿੱਚ ਹੈ ਉਹ ਚਲਾ ਰਿਹਾ ਡੰਡਾ, ਉਹ ਚਲਾਉਂਦਾ, ਠੀਕ ਹੈ। ਇਹ ਦੌਰ ਚੱਲ ਰਿਹਾ, ਇਹ 'ਚ ਕੋਈ ਸ਼ੱਕ ਨਹੀਂ, ਇਹ ਦੌਰ ਚੱਲ ਰਿਹਾ। ਪਰ ਇੱਕ ਗੱਲ, ਮੈਂ ਜਿੰਨੀ ਕੁ ਮੇਰਾ ਤਜਰਬਾ ਹੈ ਜਾਂ ਜਿੰਨੀ ਕੁ ਮੇਰੀ ਉਮਰ ਹੈ ਜਾਂ ਜੋ ਮੈਂ ਦੇਖਿਆ, ਇਹਦੇ ਵਿੱਚੋਂ ਕਿਸੇ ਨੇ ਕੁਝ ਨਹੀਂ ਕੱਢਿਆ। ਇਹਦੇ ਵਿੱਚੋਂ ਨਾ ਤਾਂ ਕਿਸੇ ਪੰਜਾਬੀ ਨੂੰ ਫਾਇਦਾ ਹੋਣਾ, ਨਾ ਕਿਸੇ ਪੰਜਾਬ ਦੇ ਮੁੱਦੇ ਦਾ ਹੱਲ ਹੋਣਾ, ਠੀਕ ਹੈ। ਹਾਂ, ਜੇ ਵਾਕਈ ਕੋਈ ਕਲੀਅਰ ਪ੍ਰੂਫ ਹੈ, ਕਿਸੇ ਨੇ ਵਾਕਈ ਕਲੀਅਰ ਕਰਪਸ਼ਨ ਕੀਤੀ ਹੈ, ਜ਼ਰੂਰ ਉਹਨੂੰ ਐਂਬਿਟ 'ਚ ਲਿਆਉਣਾ ਚਾਹੀਦਾ। ਮੈਂ ਇਸ ਗੱਲ ਦੇ ਹੱਕ 'ਚ ਹਾਂ। ਪਰ ਸਿਰਫ ਤੇ ਸਿਰਫ ਡਿਸਟਰੈਕਸ਼ਨ ਤੌਰ 'ਤੇ ਮੁੱਦਾ ਵਰਤਿਆ ਜਾਵੇ, ਇਹਦੇ ਵਿੱਚੋਂ ਕਿਸੇ ਦਾ ਕੋਈ ਫਾਇਦਾ ਨਹੀਂ ਹੋਣਾ, ਕਿਸੇ ਦਾ ਕੋਈ ਹੱਲ ਨਹੀਂ ਹੋਣਾ, ਨਾ ਹੀ ਸਰਕਾਰ ਨੂੰ ਲਾਭ ਮਿਲਣਾ। ਅਲਟੀਮੇਟਲੀ ਤਾਂ ਜਿਹੜੇ ਲੋਕਾਂ ਦੇ ਸਹੀ ਮੁੱਦੇ ਆ, ਜਿਨ੍ਹਾਂ ਦੇ ਵਾਅਦੇ ਹੋਏ ਆ, ਉਹਨਾਂ ਦੇ ਹੱਲ ਕੱਢਣ ਨਾਲ ਹੀ ਇਹਨਾਂ ਨੂੰ ਫਾਇਦਾ ਹੋਣਾ ਜਾਂ ਪੰਜਾਬ ਨੂੰ ਫਾਇਦਾ ਹੋਣਾ। ਸੋ ਮੈਂ ਸਮਝਦਾ ਜਿਹੜੇ ਮੁੱਦੇ ਜਿਹੜੇ ਸੀਗੇ, ਨਸ਼ਾ ਦਾ ਮੁੱਦਾ ਇੱਥੇ ਹੀ ਖਤਮ ਹੋ ਜਾਏਗਾ। ਉਹ ਤਾਂ ਹੁਣ ਜੇ ਦੇਖੋ, ਮੇਰੀ ਇੱਕ ਗੱਲ ਹੈ, ਮੈਂ ਕਹਿਣਾ ਚਾਹੁੰਦਾ, ਦੇਖੋ ਮੈਂ ਜੋ ਦੇਖ ਰਿਹਾ ਪਿਛਲੇ 6 ਮਹੀਨੇ, ਨਾ ਕਿ ਮੈਂ ਕਹਾਂ ਮੈਂ ਬੜਾ ਤਜਰਬੇਕਾਰ ਹਾਂ, ਜਿੰਨਾ ਕੁ ਮੇਰਾ ਤਜਰਬਾ ਹੈ, ਜਾਂ ਜੋ 19 ਸਾਲ ਪੋਲੀਟਿਕਸ 'ਚ ਹੋ ਗਏ, ਜਾਂ ਥੋੜ੍ਹਾ ਜਿਹਾ ਚਲੋ ਮੈਂ ਲੱਕੀ ਰਿਹਾ ਕਿ ਮੈਂ ਸਰਕਾਰਾਂ ਨੂੰ ਵੀ ਬੜਾ ਨੇੜੇ ਹੋ ਕੇ ਦੇਖਦਾ ਰਿਹਾ। ਸੋ ਪਰ ਇੱਕ ਮੈਂ ਗੱਲ ਕਹਿਣਾ ਚਾਹਾਂਗਾ ਕਿ ਜਿਹੜੀ ਇਹ ਸਰਕਾਰ ਹੈ ਜਾਂ ਜਿਹੜੇ ਮੰਤਰੀ ਸਾਹਿਬਾਨ ਨੇ, ਐਕਚੁਅਲੀ ਉਹ ਗਰਾਊਂਡ 'ਤੇ ਸਿਚੁਏਸ਼ਨ ਨਹੀਂ ਦੇਖ ਰਹੇ। ਦੇਖੋ, ਗੱਲ ਇਹ ਹੈ, ਹਰੇਕ ਕਾਰੋਬਾਰ ਹਿੱਟ ਹੋ ਚੁੱਕਿਆ, ਹਰੇਕ ਕਾਰੋਬਾਰ ਗਰਾਊਂਡ ਲੈਵਲ 'ਤੇ ਖੜਦਾ ਜਾ ਰਿਹਾ। ਇਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਹਨੂੰ ਕਿਵੇਂ ਚਲਾਉਣਾ। ਇਹਨੂੰ ਦੇਖੋ, ਮਾਈਨਿੰਗ ਬਹੁਤ ਵੱਡਾ ਇਸ਼ੂ ਰਿਹਾ ਪਿਛਲੇ ਕਈ ਸਾਲਾਂ ਤੋਂ। ਅੱਜ ਨਜਾਇਜ਼ ਮਾਈਨਿੰਗ ਰੁਕੀ ਨਹੀਂ, ਅੱਜ ਖਤਮ ਨਹੀਂ ਹੋਈ। ਇੱਥੋਂ ਤੱਕ ਪਹਿਲੀ ਵਾਰੀ ਹੋਇਆ ਹਿਸਟਰੀ 'ਚ ਕਿ ਆਰਮੀ ਨੇ ਐਫੀਡੇਵਿਟ ਦਿੱਤਾ ਹਾਈ ਕੋਰਟ 'ਚ, ਅਤੇ ਹਾਈ ਕੋਰਟ ਨੇ ਰੋਕ ਲਾਤੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ
ਐਕਚੁਅਲੀ ਇਹ ਦੇਖਣ ਕਿ ਮੁੱਦੇ 'ਚ ਕੀ ਹੈ, ਇਹਦਾ ਕਿਵੇਂ ਹੱਲ ਨਿਕਲ ਸਕਦਾ, ਬਜਾਏ ਕਿ ਐਵੇਂ ਗੱਲਾਂ ਆਪਾਂ ਕਰੀ ਜਾਈਏ। ਪਿਛਲੇ ਸਮੇਂ 'ਚ ਵੀ ਇਸ਼ੂ ਰਿਹਾ, ਅੱਜ ਤੁਸੀਂ ਮਾਈਨਿੰਗ ਕਿਉਂ ਨਹੀਂ ਰੋਕ ਪਾਏ? ਨਸ਼ਾ ਤੁਸੀਂ ਭਾਵੇਂ ਚਲੋ ਸੇਮ ਨਾ ਰਹੇ, ਤੁਹਾਡੇ ਕੋਲ ਆਪਣਾ ਐਮਐਲਏ ਸੀਗੇ, ਬਤੌਰ ਐਮਐਲਏ ਇੱਕ ਹਲਕਾ ਸੀਗਾ, ਮਾਈਨਿੰਗ ਹੋ ਜਾਏ, ਨਸ਼ਾ ਦੀ ਵਿਕਰੀ ਹੋ ਜਾਏ, ਸ਼ਰਾਬ, ਦੇਸੀ ਸ਼ਰਾਬ, ਕਦੀ ਨਹੀਂ ਸੋਚਿਆ ਸੀ ਪੰਜਾਬ ਵਿੱਚ ਦੇਸੀ ਸ਼ਰਾਬ ਨਾਲ ਮੌਤਾਂ ਆਉਣੀਆਂ, ਉਹ ਤੁਹਾਡੇ ਰਾਜ 'ਚ ਹੋਈਆਂ। ਇਹ ਕਿਉਂ ਕੰਟਰੋਲ ਨਹੀਂ ਹੋ ਪਾ ਰਿਹਾ? ਤੁਸੀਂ ਕਾਫੀ, ਭਾਵੇਂ ਤੁਸੀਂ ਮੰਤਰੀ ਨਹੀਂ ਸੀ, ਪਰ ਤੁਸੀਂ ਕਾਫੀ ਪਾਵਰਫੁਲ ਸੀ, ਤੁਸੀਂ ਜਾਣਦੇ ਸੀ ਕਿੱਦਾਂ ਸਿਸਟਮ ਚੱਲਦਾ ਹੈ, ਕਿਉਂ ਨਹੀਂ? ਇਹ ਸਿਰਫ ਇੱਕ ਸੀਐਮ ਦੀ ਮਰਜ਼ੀ ਹੁੰਦੀ ਹੈ? ਸੀਐਮ ਦੀ ਵੀ ਮਰਜ਼ੀ ਕਾਫੀ ਵੱਡੀ ਹੁੰਦੀ ਹੈ। ਸੈਕੰਡਲੀ ਮੈਂ ਇੱਕ ਗੱਲ ਅੱਜ ਕਹਿਣਾ ਚਾਹੁੰਦਾ, ਦੇਖੋ ਕਿ ਜਿਹੜੀ ਪੋਲੀਟੀਕਲ ਵਿਲ ਹੈ ਨਾ, ਇਹਦੇ 'ਚ ਬੜੀ ਕਲੈਰਿਟੀ ਚਾਹੀਦੀ ਹੈ, ਅਤੇ ਇਹਦੇ ਵਿੱਚ ਜ਼ੀਰੋ ਟੋਲਰੈਂਸ ਚਾਹੀਦੀ ਹੈ ਕੁਛ ਗੱਲਾਂ 'ਤੇ। ਸੋ ਮੇਰੀ ਤਾਂ ਇੱਕ ਰਿਕੁਐਸਟ ਹੈ, ਜਿੰਨੇ ਪੋਲੀਟੀਸ਼ੀਅਨ ਹੈ, ਕੋਈ ਵੀ ਹੈ, ਕਿਸੇ ਪਾਰਟੀ ਦੇ ਵੀ ਹੈ, ਕਿ ਕੁਛ ਮੁੱਦੇ ਹੈ ਜਿਹੜੇ ਪੰਜਾਬ ਦੇ, ਉਹਨਾਂ ਨੂੰ ਆਪਾਂ ਇਸ ਗੱਲ ਤੋਂ ਉੱਪਰ ਕੱਢ ਲਈਏ। ਕਿਸੇ ਦੀ ਸਰਕਾਰ ਬਣੇ, ਉਹਨਾਂ 'ਤੇ ਜਿਹੜੀ ਪੋਲੀਟੀਕਲ ਵਿਲ ਹੈ ਅਤੇ ਜਿਹੜੀ ਉਹਨਾਂ 'ਤੇ ਜ਼ੀਰੋ ਟੋਲਰੈਂਸ ਹੈ, ਉਹ ਅਬਵ ਪਾਰਟੀ ਲਾਈਨ ਸਾਰਿਆਂ ਦੀ ਇੱਕ ਹੋਣੀ ਚਾਹੀਦੀ ਹੈ ਕਿ ਆਹ ਮੁੱਦਿਆਂ 'ਤੇ ਕਿਸੇ ਨੇ ਕੰਪਰੋਮਾਈਜ਼ ਨਹੀਂ ਕਰਨਾ। ਦੇਖੋ ਤਾਂ ਹੀ ਪੰਜਾਬ ਦੀ ਗੱਲ ਕਰ ਲਈਏ, ਬਿਕੋਜ਼ ਅੱਜ ਤੱਕ ਹਮੇਸ਼ਾ SYL ਦੇ ਮੁੱਦੇ ਤੇ ਜ਼ੀਰੋ ਟੋਲਰੈਂਸ ਰਹੀ ਸੀ। ਕੱਲ ਜਿਸ ਤਰ੍ਹਾਂ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਵੀ ਦਿੱਲੀ ਹੱਲ ਕੱਢੇ, ਉਹਨਾਂ ਤੇ ਕੇਜਰੀਵਾਲ ਜੀ ਨੇ ਕਿਹਾ ਹੈਗਾ। ਸੋ ਤੁਹਾਨੂੰ ਲੱਗਦਾ ਕਿ ਬਿਕੋਜ਼ ਜਿਸ ਤਰੀਕੇ ਹੁਣ ਤੱਕ ਹੈਂਡਲ ਕੀਤੇ ਰਹੇ, ਇਹ ਜਿਹੜਾ ਤਰੀਕਾ ਹੈ ਹੈਂਡਲ ਕਰਨ ਦਾ ਕਿ ਦਿੱਲੀ ਤੇ ਸਾਰਾ ਭਾਰ ਪਾ ਦਿਓ, ਇਹ ਠੀਕ ਤਰੀਕਾ ਹੈ? ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਬੜੀਆਂ ਗੱਲਾਂ ਵਿੱਚ ਤੁਹਾਨੂੰ ਗੱਲਾਂ ਆਪਦੇ ਹੱਥ 'ਚ ਵੀ ਲੈਣੀਆਂ ਪੈਂਦੀਆਂ, ਕਈ ਵਾਰੀ ਦੂਜਿਆਂ ਦੇ ਹੱਥ ਦਿੱਤੇ ਨੁਕਸਾਨ ਹੋ ਜਾਂਦਾ। ਅੱਜ ਆਪਾਂ ਇਹ ਗੱਲ ਕਹਿ ਦਈਏ ਦਿੱਲੀ ਹੱਲ ਕੱਢੇ, ਕੱਲ੍ਹ ਨੂੰ ਦਿੱਲੀ ਇਹੋ ਜਿਹਾ ਹੱਲ ਕੱਢਦੇ ਜਿਹੜਾ ਆਪਾਂ ਨੂੰ ਨਾ ਮਨਜ਼ੂਰ ਹੋਵੇ, ਫਿਰ ਆਪਾਂ ਕੀ ਕਰਾਂਗੇ? ਦਿੱਲੀ ਨੇ ਤਾਂ ਕਹਿਤਾ ਸੀ ਕਿ ਹਰਿਆਣਾ ਵਿਧਾਨ ਸਭਾ ਉਹਦੀ ਅੱਡ ਬਣਾ ਲੇ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ, ਦੇਖੋ ਮੈਂ ਤਾਂ ਹੀ ਕਹਿਣਾ, ਕੈਪਟਨ ਸਾਹਿਬ ਦੇ ਅਸੀਂ ਕਿਉਂ ਐਡਮਾਇਰਰ ਸੀ, ਜਾਂ ਪੰਜਾਬ ਕਿਉਂ ਐਡਮਾਇਰਰ? ਉਦੋਂ ਉਹਨਾਂ ਨੇ ਪਾਰਟੀ ਹਾਈ ਕਮਾਂਡ ਨਾਲ ਵੀ ਡਾਂਗ ਖਿੱਚ ਲਈ ਸੀ ਕਿ ਬਈ ਇਸ ਮੁੱਦੇ 'ਤੇ ਤੁਸੀਂ ਜੋ ਮਰਜ਼ੀ ਕਰੀ ਜਾਓ, ਮੈਂ ਤਾਂ ਇਹੀ ਕरूँ ਪੰਜਾਬ ਵਾਸਤੇ। ਸੋ ਪੰਜਾਬ ਚਾਹੇ ਕਾਂਗਰਸ ਹੈ, ਮੈਂ ਇਹ ਗੱਲ ਕਹਿਣਾ ਚਾਹੁੰਦਾ, ਚਾਹੇ ਆਮ ਆਦਮੀ ਪਾਰਟੀ ਹੈ, ਪੰਜਾਬ ਨੂੰ ਇੱਕ ਇਹੋ ਜਿਹੀ ਲੀਡਰਸ਼ਿਪ ਚਾਹੀਦੀ ਹੈ ਜਿਹੜੀ, ਮੈਂ ਉਹੀ ਕਹਿ ਰਿਹਾ, ਕੁਝ ਮੁੱਦੇ ਨੇ ਜਿਨ੍ਹਾਂ 'ਤੇ ਉਹਨਾਂ 'ਚ ਜੁਰਤ ਹੋਵੇ, ਉਸ ਲੀਡਰਸ਼ਿਪ ਉਹ ਕਵੇ ਕਿ ਹਾਈ ਕਮਾਂਡ ਨੂੰ ਕਿ ਬਈ ਆਹ ਗੱਲਾਂ 'ਤੇ ਸਾਡੇ ਨਾਲ ਗੱਲ ਨਾ ਕਰਿਓ, ਬਾਕੀ ਦੱਸੋ। ਉਹ ਕਿੱਥੋਂ ਆਏਗੀ? ਅਸੀਂ ਪੰਜਾਬ ਨੇ ਪਿਛਲੇ 3 ਇਲੈਕਸ਼ਨ ਦੇਖ ਲਓ ਤੁਸੀਂ, ਅਕਾਲੀ ਦਲ ਟਰਾਈ ਕਰ ਲਿਆ, ਕਾਂਗਰਸ ਟਰਾਈ ਕਰ ਲਿਆ, ਆਪ ਦਾ ਦੌਰ ਚੱਲ ਰਿਹਾ ਹੈਗਾ। ਉਹ ਲੀਡਰਸ਼ਿਪ ਕਿੱਥੋਂ ਨਿਕਲ ਕੇ ਆਏਗੀ? ਬਿਕੋਜ਼ ਇਹੋ ਪੰਜਾਬ ਦੇ ਲੀਡਰਸ ਨੇ, ਹੋਰ ਕਿੱਥੋਂ ਲੈ ਕੇ ਆਵਾਂ? ਬਾਹਰੋਂ ਤਾਂ ਲੈ ਕੇ ਆਉਣ ਵਾਲੇ ਨਹੀਂ ਹੈਗੇ। ਅੱਜ ਵੀ ਪੰਜਾਬ ਦਾ ਇਹ ਹਾਲਤ ਹੋ ਗਿਆ ਕਿ ਅਸੀਂ ਕਿਹਾ ਕਿ ਦਿੱਲੀ ਮਾਡਲ ਲਿਆ ਕੇ ਪੰਜਾਬ 'ਤੇ ਲਗਾਇਆ ਜਾਏ, ਬਿਕੋਜ਼ ਸਾਨੂੰ ਆਪਣੇ ਲੀਡਰਸ 'ਤੇ ਵਿਸ਼ਵਾਸ ਨਹੀਂ ਹੈਗਾ। ਇੱਕ ਮੌਕਾ ਕੇਜਰੀਵਾਲ ਜੀ ਨੂੰ ਦਿੱਤਾ ਗਿਆ, ਆਲਰੇਡੀ ਇਸੇ ਵੀਕ ਹੋ ਗਿਆ। ਹੁਣ ਤੁਸੀਂ ਕਹਿ ਰਹੇ ਹੋ ਇਹ ਵੀ ਠੀਕ ਨਹੀਂ ਹੈ, ਤੇ ਉਹ ਲੀਡਰਸ਼ਿਪ ਕਿੱਥੋਂ ਆਏਗੀ ਜਿਹੜੀ ਕਹੇਗੀ ਹਾਂਜੀ ਕੋਈ ਭ੍ਰਿਸ਼ਟਾਚਾਰ ਨਹੀਂ ਬਰਦਾਸ਼ਤ ਕਰਾਂਗੇ, ਮਾਈਨਿੰਗ ਨਹੀਂ ਬਰਦਾਸ਼ਤ ਕਰਾਂਗੇ, ਹਰ ਕੇਸ ਨੂੰ ਓਨੈਸਟੀ ਨਾਲ ਲਗਾਵਾਂਗੇ? ਕੁਝ ਉਹ ਕਿੱਥੋਂ ਪੈਦਾ ਕਰਾਂਗੇ? ਦੇਖੋ ਮੇਰੀ ਇੱਕ ਰਿਕੁਐਸਟ ਹੈ ਕਿ ਇਹਨੂੰ ਵੀ ਆਊਟਸੋਰਸ ਕਰ ਦਈਏ। ਨੋ, ਇਹ ਪੰਜਾਬ ਦੇ ਲੋਕਾਂ ਨੂੰ ਪਛਾਣ ਕਰਨੀ ਪਏਗੀ। ਬਹੁਤ ਹੋ ਗਿਆ ਨਾਰਿਆਂ 'ਤੇ, ਸੋਸ਼ਲ ਮੀਡੀਆ 'ਤੇ, ਗੱਲਾਂ 'ਤੇ, ਸੋਸ਼ਲ ਮੀਡੀਆ ਦੀਆਂ ਦੇਖ ਕੇ ਵੀਡੀਓ ਜਿਹਦਾ ਜੀ ਜੋ ਮਰਜ਼ੀ ਪਾ ਦਿੰਦਾ ਹੈ, ਠੀਕ ਹੈ, ਅਤੇ ਲੋਕ ਇਹ 'ਤੇ ਸਰਕਾਰਾਂ ਦੇ ਫੈਸਲੇ ਕਰ ਰਹੇ ਆ। ਮੇਰੀ ਤਾਂ ਪੰਜਾਬੀਆਂ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਜ਼ਰੂਰ ਦੇਖਣ ਕਿ ਕਿਹੜੇ ਲੀਡਰ ਸੰਜੀਦਾ ਨੇ, ਕਿਹੜੇ ਲੀਡਰ ਗੱਲਾਂ ਘੱਟ ਕਰਦੇ ਆ, ਕੰਮ ਵੱਧ ਕਰਦੇ ਆ, ਅਤੇ ਕਿਹੜੇ ਲੀਡਰ 24 ਘੰਟੇ ਫੇਸਬੁੱਕ 'ਤੇ ਸੋਸ਼ਲ ਮੀਡੀਆ 'ਤੇ ਰਹਿੰਦੇ ਆ ਅਤੇ ਉਹਦੇ 'ਤੇ ਹੀ ਸਭ ਕੁਝ ਚਲਾਉਣਾ ਚਾਹੁੰਦੇ ਆ। ਦੇਖੋ ਮੇਰੀ ਇੱਕ ਰਿਕੁਐਸਟ ਹੈ ਤੁਹਾਨੂੰ, ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਭਾਈ ਜਿਹੜੇ ਬਾਹਲੀਆਂ ਗੱਲਾਂ ਵਾਲੇ ਉਹ ਕੰਮ ਘੱਟ ਕਰਦੇ ਹੁੰਦੇ, ਅਤੇ ਜਿਹੜੇ ਕੰਮ ਵਾਲੇ ਉਹ ਗੱਲਾਂ ਘੱਟ ਹੀ ਕਰਦੇ ਹੁੰਦੇ, ਉਹ ਕੰਮ ਹੀ ਕਰਕੇ ਦਿਖਾਉਂਦੇ ਹੁੰਦੇ। ਸੋ ਮੇਰੀ ਪੰਜਾਬ ਦੇ ਯੂਥ ਨੂੰ, ਖਾਸ ਕਰਕੇ ਮੈਂ ਯੂਥ ਨੂੰ ਕਹਿਣਾ ਚਾਹੁੰਦਾ, ਯੂਥ ਨੂੰ ਮੇਰੀ ਬੇਨਤੀ ਹੈ, ਕਿਉਂਕਿ ਉਹ ਸੋਸ਼ਲ ਮੀਡੀਆ 'ਤੇ ਕਾਫੀ ਅੱਜ ਕੱਲ੍ਹ ਸਾਰਾ ਦਿਨ ਫੋਨਾਂ 'ਤੇ ਲੱਗੇ ਰਹਿੰਦੇ ਯੂਥ। ਸੋ ਮੇਰੀ ਉਹਨਾਂ ਨੂੰ ਇਹ ਬੇਨਤੀ ਹੈ ਕਿ ਸੀਰੀਅਸਨੈਸ ਦੇਖਣ। ਤੁਸੀਂ ਉਹਨਾਂ ਨੂੰ ਸੀਰੀਅਸ ਬਣਾਉਣ ਲਈ ਸਮਾਰਟਫੋਨ ਨਹੀਂ ਦਿੱਤੇ? ਬਿਲਕੁਲ ਤਾਂ ਕਿ ਉਹ ਸੀਰੀਅਸ ਰਹੇ ਨਾ, ਦਿੱਤੇ ਸੀ ਸਿਰਫ ਲੜਕੀਆਂ ਨੂੰ ਦਿੱਤੇ ਸੀ ਕਿਉਂਕਿ ਪੜ੍ਹਦੀਆਂ ਸੀ। ਸੋ ਉਹਨੇ ਕੋ ਘੱਟ ਦਿੱਤੇ ਸੀ, ਸਿਰਫ ਲੜਕੀਆਂ ਨੂੰ ਦਿੱਤੇ ਸੀ ਕਿਉਂਕਿ ਉਦੋਂ 10th ਅਤੇ 12th ਦੀਆਂ ਨੂੰ, ਕਿਉਂਕਿ ਉਹ ਪੜ੍ਹਦੀਆਂ ਸੀ। ਮੁੰਡਿਆਂ ਨੂੰ ਘੱਟ ਦਿੱਤੇ ਹੈ। ਸੋ ਮੁੰਡੇ ਵੈਸੇ ਵੀ ਖੇਡਦੇ ਖੁੱਡਦੇ ਰਹਿੰਦੇ ਆ ਫੋਨਾਂ 'ਤੇ, ਪਰ
ਦੇਖੋ ਇੱਕ ਗੱਲ ਮੈਂ ਕਹਿਣਾ ਚਾਹਾਂਗਾ, ਕਸੂਰ ਲੀਡਰਾਂ ਦਾ ਵੱਡਾ ਹੈ, ਪਰ ਜਿਹੜੀ ਇਹ ਸਰਕਾਰ ਹੈ ਨਾ, ਕੋਈ ਵੀ ਹੈ, ਚਾਹੇ ਕਾਂਗਰਸ ਦੀ, ਚਾਹੇ ਅਕਾਲੀ ਦਲ ਦੀ, ਚਾਹੇ ਆਪ ਦੀ, ਚੁਣਦਾ ਕੌਣ ਹੈ? ਲੋਕ ਚੁਣਦੇ ਹਨ। ਸੋ ਮੇਰੀ ਇਹ ਬੇਨਤੀ ਹੈ ਕਿ ਲੀਡਰਾਂ ਜਿੰਨੀ ਰਿਸਪੌਂਸਿਬਿਲਟੀ ਲੋਕਾਂ ਦੀ, ਇਹ ਸੰਜੀਦਾ ਨਾਲ ਗੱਲਾਂ ਸੋਚਣੀਆਂ ਪੈਣਗੀਆਂ ਜੇ ਪੰਜਾਬ ਨੂੰ ਬਚਾਉਣਾ। ਪੰਜਾਬ ਗੱਲਾਂ ਨਾਲ ਨਹੀਂ ਬਚਣਾ। ਮੈਂ ਤਾਂ ਇਸ ਗੱਲ ਦੇ ਵੀ ਹੱਕ 'ਚ, ਮੈਂ ਤਾਂ ਕਹਿਣਾ ਹੁੰਦਾ ਕਿ ਪੰਜਾਬ ਨੂੰ ਉਹ ਲੀਡਰ ਬਚਾ ਸਕਦਾ ਹੈ ਜਿਹੜਾ ਇਹ ਸੋਚੇ ਕਿ ਮੈਂ 5 ਸਾਲ ਤੋਂ ਬਾਅਦ ਇਲੈਕਸ਼ਨ ਹੀ ਨਹੀਂ ਲੜਨੀ, ਕਿਉਂਕਿ ਇੱਥੇ ਕੁਝ ਸਖਤ ਫੈਸਲੇ ਲੈਣੇ ਪੈਣਗੇ, ਕੁਝ ਇਹੋ ਜਿਹੀਆਂ ਕੜਵੇ ਘੁੱਟ ਭਰਨੇ ਪੈਣਗੇ, ਉਹ ਅਨਪੋਪੂਲਰ ਵੀ ਹੋਏਗਾ, ਇੱਕ ਵਾਰੀ ਲੋਕ ਉਹ 'ਤੇ ਔਖੇ ਵੀ ਹੋਣਗੇ। ਠੀਕ ਆ, ਉਹਦਾ ਮਨ ਬਣਾ ਲੇ ਕਿ ਮੈਂ ਤਾਂ ਮੁੜ ਕੇ ਲੜਨੀ ਨਹੀਂ, ਪਰ ਫਿਰ 10-15 ਸਾਲਾਂ ਬਾਅਦ ਲੋਕ ਉਹਨੂੰ ਯਾਦ ਕਰਨਗੇ ਕਿ ਠੀਕ ਰਾਹ 'ਤੇ ਪਾ ਗਏ। ਸੋ ਇਸ ਕਰਕੇ ਲੀਡਰਾਂ ਨੂੰ ਮਨ ਬਣਾਉਣਾ ਪਏਗਾ ਕਿ ਬਈ ਇਹ ਨਹੀਂ ਕਿ 5-5 ਇਹ ਮਨ ਬਣਾ ਲੈਣ ਜਿਨ੍ਹਾਂ ਨੇ ਮਨ ਬਣਾਉਣਾ ਕਿ ਬਈ ਅਸੀਂ ਤਾਂ ਮੁੜ ਕੇ ਲੜਨੀ ਨਹੀਂ, ਅਸੀਂ ਤਾਂ ਇੱਕ ਵਾਰੀ ਪੰਜਾਬ ਨੂੰ ਕੁਛ ਚੰਦ ਮੁੱਦਿਆਂ 'ਤੇ ਸਹੀ ਰਾਹ 'ਤੇ ਪਾ ਕੇ ਹੀ ਜਾਣਾ। ਚਲੋ ਤਾਂ ਇਹ ਤਾਂ ਅਜੇ ਬਹੁਤ ਸਮਾਂ ਹੈ ਉਸ ਗੱਲ 'ਤੇ ਪਹੁੰਚਣ ਲਈ। ਤੇ 4.5 ਸਾਲ ਸਰਕਾਰ ਕੋਲ ਹੈਗੇ ਹੈ ਅਤੇ ਸ਼ਾਇਦ ਇਹ ਚੀਜ਼ਾਂ ਲੋੜ ਨਾ ਪੈਣ, ਨਹੀਂ ਤਾਂ ਫਿਰ ਇਹ ਵਾਲੀ ਗੱਲਾਂ ਉਸ ਟਾਈਮ ਫਿਰ ਦੁਹਰਾ ਦਾਂਗੇ ਕਿ ਸੋਚੋ, ਵੋਟ ਪਾਉਣ ਤੋਂ ਪਹਿਲੇ ਸੋਚ ਲਓ। ਅਤੇ ਇਹ ਵਾਲੀ ਪਨੀਰੀ ਕਿੱਥੋਂ ਆਉਣੀ ਹੈ ਇਹ ਸਾਨੂੰ ਨਹੀਂ ਪਤਾ ਕਿੱਥੋਂ ਆਉਣੀ ਹੈਗੀ ਹੈ, ਨਹੀਂ ਵਿੱਚੋਂ ਹੀ ਪੈਦਾ ਹੋ ਜਾਏਗੀ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਇਹ ਨਹੀਂ ਹੈ, ਸਾਰੀਆਂ ਪਾਰਟੀਆਂ 'ਚ ਕਾਫੀ ਲੋਕ ਨੇ ਜਿਹੜੇ ਸੰਜੀਦਾ ਵੀ ਨੇ। ਮੈਂ ਵੀ ਤੁਸੀਂ ਇੱਕ ਚੌਥੇ ਫਰੰਟ ਦੀ ਤਿਆਰੀ ਕਰ ਰਹੇ ਲੱਗਦੇ ਹੋ। ਨਹੀਂ, ਕੋਈ ਇਹੋ ਜਿਹੇ ਫਰੰਟ ਦੀ ਤਿਆਰੀ ਨਹੀਂ। ਤੁਸੀਂ ਨਵਾਂ ਹੀ ਨਾ ਕੰਮ ਸ਼ੁਰੂ ਕਰ, ਨਹੀਂ ਕੋਈ ਇਹੋ ਜਿਹੇ ਨਾ ਫਰੰਟ ਦੀ ਤਿਆਰੀ ਹੈ, ਨਾ ਹੀ ਮੈਂ ਸਮਝਦਾ ਚੌਥੇ ਦੀ ਲੋੜ ਆ। ਸਿਰਫ ਸਹੀ ਬੰਦੇ ਭਾਲਣ ਦੀ ਲੋੜ ਆ। ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਦਾ। ਇੱਕ ਮੇਰੀ ਰਿਕੁਐਸਟ ਹੈ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਕਿ ਦੇਖੋ, ਮੈਂ ਕਈ ਵਾਰੀ ਦੇਖਦਾ, ਜਿਸ ਗੱਲ ਕਰਕੇ ਮੈਂ ਮਹਿਸੂਸ ਕਰਦਾ, ਅੱਜ ਕੱਲ੍ਹ ਇੱਕ ਟ੍ਰੈਂਡ ਚੱਲਿਆ ਹੈ, ਮੁੱਖ ਮੰਤਰੀ ਕੋਈ ਹੋਵੇ, ਮੈਂ ਇਹ ਗੱਲ ਕਹਿਣਾ ਚਾਹੁੰਦਾ ਤੁਹਾਡੇ ਮੀਡੀਆ, ਮੁੱਖ ਮੰਤਰੀ ਕੋਈ ਹੋਵੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਵੇ, ਚਾਹੇ ਚੰਨੀ ਸਾਹਿਬ ਹੋਣ, ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣ, ਚਾਹੇ ਸਾਹਿਬ ਭਗਵੰਤ ਸਿੰਘ ਮਾਨ ਹੋਣ, ਹੈ ਤਾਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਨਾ। ਜਦੋਂ ਕੋਈ ਮੁੱਖ ਮੰਤਰੀ ਦੀ ਪੋਸਟ ਆਉਂਦੀ ਹੈ ਜਾਂ ਕਿਸੇ ਜ਼ਿੰਮੇਵਾਰ, ਜਿਹੜਾ ਥੱਲੇ ਬਹੁਤ ਫਜ਼ੂਲ ਗੱਲਾਂ ਲਿਖੀਆਂ ਹੁੰਦੀਆਂ, ਮੇਰੀ ਇੱਕ ਹੱਥ ਬੰਨ੍ਹ ਕੇ ਬੇਨਤੀ ਹੈ, ਦੇਖੋ ਮੇਰੀ ਗੱਲ, ਤੁਸੀਂ ਡਿਫਰ ਕਰ ਸਕਦੇ ਹੋ, ਕਿਸੇ ਦੀ ਰਾਏ ਨਾਲ ਨਹੀਂ ਸਹਿਮਤ ਹੋ ਸਕਦੇ। ਤੁਸੀਂ ਟ੍ਰੋਲਿੰਗ ਤੇ ਕਹਿ ਰਹੇ ਹੋ, ਵਾਏ ਮੁੱਖ ਮੰਤਰੀ ਸਭ ਨੂੰ ਹੀ, ਸਾਨੂੰ ਵੀ ਬੜਾ ਮਾੜਾ ਮਹਿਸੂਸ ਹੁੰਦਾ ਸਾਡੇ ਬਾਰੇ ਗੰਦੀ ਸ਼ਬਦਾਵਲੀ ਯੂਜ਼ ਜਾਂਦੀ। ਸੋ ਉਹ ਜਿਹੜੀ ਟ੍ਰੋਲਿੰਗ ਦੀ ਆਦਤ ਹੈ ਸਿਰਫ ਮੁੱਖ ਮੰਤਰੀ ਨਹੀਂ, ਮੈਂ ਤਾਂ ਕਹਾਂਗੀ ਸਭ ਵਾਸਤੇ ਬੰਦ ਕਰਨੀ ਚਾਹੀਦੀ ਹੈਗੀ। ਬਿਲਕੁਲ, ਜੇ ਕੋਈ ਗੱਲ ਲਿਖਣੀ ਹੈ, ਨੁਕਤਾਚੀਨੀ ਕਰਨੀ ਹੈ। ਬਟ ਪੱਥਰ ਮਾਰਨ ਵਾਲੇ ਹਮੇਸ਼ਾ ਰਹੇ ਨੇ, ਉਹ ਮਹਿਬੂਬਾ ਦੇ ਟਾਈਮ 'ਤੇ ਵੀ ਸੀਗੇ, ਅੱਜ ਵੀ ਨੇ ਅਤੇ ਰਹਿਣਗੇ, ਬਿਕੋਜ਼ ਜਿਨ੍ਹਾਂ ਵਿੱਚ ਨਫ਼ਰਤ ਹੈ ਇਹ ਅਹਿਸਾਸ ਰਹਿਣਗੇ। ਅੱਜ ਦਿਖਦੇ ਨੇ ਬਿਕੋਜ਼ ਉਹ ਟ੍ਰੋਲਿੰਗ ਬਹੁਤ ਚੁੱਭਦੀ ਹੈਗੀ ਹੈ। ਨਹੀਂ ਨਿਮਰਤ ਜੀ, ਗੱਲ ਇਹ ਨਹੀਂ ਹੈ। ਮੈਂ ਕਿਸ ਗੱਲੋਂ ਕਹਿ ਰਿਹਾ, ਮੈਂ ਉਹਨਾਂ ਦਾ ਫਿਕਰਮੰਦ ਨਹੀਂ। ਮੈਂ ਫਿਕਰਮੰਦ ਇਹ ਹੈ ਕਿ ਆਉਣ ਵਾਲੇ ਆਪਣੇ ਜਿਹੜੇ ਬੱਚੇ ਆ, ਉਹ ਸਾਰੇ ਸੋਸ਼ਲ ਮੀਡੀਆ 'ਤੇ ਜਦੋਂ ਥੱਲੇ ਉਹ ਆ ਸਭ ਕੁਝ ਪੜ੍ਹਦੇ ਆ, ਜਿਹੜੇ ਟ੍ਰੋਲ ਕਰਦੇ ਬੰਦੇ, ਚਲੋ ਕੁਝ ਬੰਦੇ ਸ਼ਰਾਰਤ ਕਰਦੇ ਆ, ਕੁਝ ਬੰਦੇ ਕਿਵੇਂ ਕਰਨ, ਜਦੋਂ ਬੱਚੇ ਪੜ੍ਹਦੇ ਆ ਉਹਨਾਂ ਦੇ ਜ਼ਿਹਨ 'ਤੇ ਗਲਤ ਅਸਰ ਪੈਂਦਾ। ਨਹੀਂ ਬਿਲਕੁਲ, ਐਂਡ ਉਹ ਫਿਊਚਰ ਨੇ ਪੰਜਾਬ ਦਾ। ਨਹੀਂ, ਹਰ ਤਰ੍ਹਾਂ ਦੀ ਨਫ਼ਰਤ ਕਿਸੇ ਤੇ ਜੇ ਆਪਾਂ ਆਉਣ ਵਾਲੇ ਫਿਊਚਰ ਦੇ ਮਨਾਂ 'ਚ ਇੰਨੀ ਫਰਸਟ੍ਰੇਸ਼ਨ ਭਰ ਦਿਆਂਗੇ ਤੇ ਆਪਾਂ ਪੰਜਾਬ ਨੂੰ ਠੀਕ ਕਿਵੇਂ ਕਰਾਂਗੇ? ਨਹੀਂ ਬਿਲਕੁਲ, ਕਈ ਵਾਰੀ ਜਦ ਗਲਤ ਖਿਆਲ ਆਏ ਤਾਂ ਚੁੱਪ ਰਹਿਣਾ ਬਿਹਤਰ ਹੁੰਦਾ ਹੈ, ਬਟ ਸਮਝਦਾਰ ਕਿੰਨੇ ਨੇ ਉਹ 'ਤੇ ਡਿਪੈਂਡ ਕਰਦਾ ਕਿ ਚੁੱਪ ਰਹਿੰਦੇ ਹੈ ਜਾਂ ਜਵਾਬ ਦਿੰਦੇ। ਬਟ ਬੜੀ ਇੰਟਰਸਟਿੰਗ ਕਨਵਰਸੇਸ਼ਨ ਸੀ ਸਾਡੇ ਨਾਲ ਤੁਸੀਂ ਜੁੜੇ, ਐਂਡ ਦੇਖਦੇ ਹਾਂ ਕੀ ਹੁੰਦਾ ਹੈ। ਅਜੇ ਤਾਂ ਥੋੜ੍ਹੀ ਦੇਰ ਹੋਰ ਸਰਕਾਰ ਨੂੰ ਆਈ ਥਿੰਕ ਵਕਤ ਦੇਣਾ ਪਏਗਾ ਕਿ ਉਹ ਆਪਣਾ ਸੰਭਾਲ ਪਾਉਣ, ਅਤੇ ਉਮੀਦ ਕਰਦੇ ਹਾਂ ਕਿ SIT ਵੀ ਕੰਮ ਕਰੇਗੀ, ਜੋ ਜ਼ਰੂਰੀ ਕੰਮ ਹੈ ਉਹੀਓ ਕਰੇਗੀ, ਤੇ ਵੈਂਡੇਟਾ ਪੋਲਿਟਿਕਸ ਨਹੀਂ ਹੋਏਗੀ। ਸੋ ਦੈਟ ਇਜ਼ ਦ ਮੋਸਟ ਇੰਪੋਰਟੈਂਟ। ਹੋਣੀ ਨਹੀਂ ਚਾਹੀਦੀ। ਮੈਂ ਤਾਂ ਇਸ ਗੱਲ ਦੇ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ, ਚਾਹੇ BJP ਕਰ ਰਹੀ ਹੈ, ਗਲਤ ਕਰ ਰਹੀ, ਕੋਈ ਵੀ ਕਰੇ, ਪਰ ਇਹਦੇ 'ਚੋਂ ਕਿਸੇ ਨੇ ਲੱਭਿਆ ਕੁਛ ਨਹੀਂ। ਅੱਗੇ ਤੁਸੀਂ ਦੇਖੋ, ਅਮਰਿੰਦਰ ਸਿੰਘ ਨੇ ਕੀਤੀ, ਜੋ ਵੀ ਰੌਲਾ ਰੱਪਾ ਪਾਇਆ, ਬਾਦਲ ਸਾਹਿਬ ਨੇ ਕੀਤੀ, ਰਾਜੀਨਾਮਾ ਹੀ ਹੋਇਆ ਨਾ ਅਖੀਰ 'ਚ। ਠੀਕ ਹੈ, ਤੇ ਕੇਜਰੀਵਾਲ ਸਾਹਿਬ ਤੇ ਬਿਕਰਮ ਮਜੀਠੀ ਦਾ ਰਾਜੀਨਾਮਾ ਹੀ ਹੋਇਆ ਨਾ। ਚਲੋ, ਸੋ ਨਾ ਵੈਂਡੇਟਾ ਪੋਲਿਟਿਕਸ ਕੀਤੀ ਜਾਵੇ ਤਾਂ ਕਿ ਰਾਜੀਨਾਮੇ ਨਾ ਹੋਣ ਦੀ ਨੌਬਤ ਨਾ ਆਏ, ਤੇ ਸਾਰੇ ਆਪਣਾ ਕੰਮ ਚੰਗੀ ਤਰ੍ਹਾਂ ਕਰਨ। ਸਾਡੇ ਜੁੜਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ।